ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਮੀਡੀਆ ਦੀ ਦੁਨੀਆ ਇੱਕ ਸਟੇਜ ਹੈ ਜਿਹਦੇ ਤੇ ਤੁਹਾਨੂੰ ਜ਼ਿੰਦਗੀ ਦਿਖਾਈ ਦਿੰਦੀ ਹੈ। ਅਸਲੀ ਜੀਵਨ ਜਿਹੋ ਜਿਹਾ ਵੀ ਹੋਵੇ, ਮੀਡੀਆ ਵਿੱਚ ਉਹਦਾ ਰੂਪ ਉਸ ਨਵੀਂ ਅਸਲੀਅਤ ਨੂੰ, ਨਵੀਂ ਰਿਐਲਿਟੀ ਨੂੰ ਜਨਮ ਦਿੰਦਾ ਜਿਹਦੇ ਤੇ ਦੁਨੀਆ ਬਹਿਸ ਕਰਦੀ ਹੈ। ਉਹਦੇ ਤੇ ਹੀ ਲੋਕ ਜਿਹੜੇ ਨੇ ਉਹ ਗੌਰ ਕਰਦੇ ਨੇ। ਅਸਲ 'ਚ ਜੋ ਹੋਵੇ ਉਹ ਕਿਸੇ ਨੂੰ ਕੀ ਪਤਾ। ਜੋ ਦੇਖਦੇ ਨੇ ਲੋਕ ਟੀਵੀ ਤੋਂ, ਰੇਡੀਓ ਤੋਂ ਸੁਣਦੇ ਨੇ, ਅਖਬਾਰ 'ਚ ਪੜ੍ਹਦੇ ਨੇ, ਉਹ ਰਿਐਲਿਟੀ ਹੈ ਅੱਜ ਕੱਲ੍ਹ। ਟੀਵੀ ਦੇ ਡਿਬੇਟ, ਅਖਬਾਰ ਦੀਆਂ ਸੁਰਖੀਆਂ, ਪ੍ਰਧਾਨ ਮੰਤਰੀ ਦੇ ਭਾਸ਼ਣ, ਇਹ ਸਭ ਇੱਕ ਵੱਡੀ ਸਟੇਜ ਹੈ। ਇੱਕ ਲੰਬਾ ਸਮਾਂ ਇਸ ਸਟੇਜ ਦੇ ਉੱਤੇ ਕਿਸਾਨ ਮਜ਼ਦੂਰ ਦੀ ਤਰਾਸਦੀ ਦੀਆਂ ਖਬਰਾਂ, ਇਹਦੇ ਬਾਰੇ ਡਿਬੇਟ ਸੁਰਖੀਆਂ ਵਿੱਚ ਰਹੇ। ਤੁਹਾਨੂੰ ਰੋਜ਼ ਇਹ ਖਬਰਾਂ ਵੇਖ ਚਿੰਤਾ ਹੁੰਦੀ ਸੀ ਕਿਸਾਨ ਦੀ, ਮਜ਼ਦੂਰ ਦੀ। ਫਿਰ ਪੁਲਵਾਮਾ ਹੋ ਗਿਆ, ਫਿਰ ਏਅਰ ਸਟ੍ਰਾਈਕ ਹੋ ਗਈ, ਫਿਰ ਚੋਣਾਂ ਆ ਗਈਆਂ, ਫਿਰ 303 ਸੀਟਾਂ ਵਾਲੇ ਜਿੱਤ ਗਏ, ਫਿਰ ਚੱਲ ਸੋ ਚੱਲ ਖਬਰਾਂ ਦਾ ਸਿਲਸਿਲਾ। ਫਿਰ ਕਸ਼ਮੀਰ ਤਾਂ ਜੀ ਸਵੇਰੇ ਕਸ਼ਮੀਰ, ਸ਼ਾਮ ਕਸ਼ਮੀਰ, ਨਾਲੇ ਕਸ਼ਮੀਰ ਨਾਲੇ ਪਾਕਿਸਤਾਨ, ਡਬਲ ਗੱਫੇ। ਫਿਰ ਹੁਣ ਚਿਦੰਬਰਮ, ਕਿਸਾਨ ਗਾਇਬ, ਮਜ਼ਦੂਰ ਗਾਇਬ। ਜਾਂ ਤਾਂ ਹੁਣ ਕਿਸਾਨ ਮਜ਼ਦੂਰ ਖੁਦਕੁਸ਼ੀ ਨਹੀਂ ਕਰ ਰਹੇ ਹੋਣੇ, ਜਾਂ ਫਿਰ ਉਹਨਾਂ ਦੀ ਮੌਤ ਸਸਤੀ ਹੋ ਗਈ ਹੋਣੀ ਹੈ। ਤਾਂ ਹੀ ਤਾਂ ਖਬਰਾਂ ਵਿੱਚੋਂ, ਟੀਵੀ ਦੀਆਂ ਬਹਿਸਾਂ ਵਿੱਚੋਂ ਕਿਸਾਨ ਗਾਇਬ ਹੈ। ਤੁਸੀਂ ਕਿਹੜਾ ਟਰਾਲੀਆਂ ਭਰ ਕੇ ਟੀਵੀ ਸਟੂਡੀਓ ਦੇ ਸਾਹਮਣੇ ਆ ਕੇ ਧਰਨੇ ਲਾ ਦਿੱਤੇ ਨੇ, ਜਾਂ ਅਖਬਾਰਾਂ ਦੇ ਐਡੀਟਰਾਂ ਦੇ ਘਰਾਂ ਸਾਹਮਣੇ ਚੌਕੜੀ ਮਾਰ ਕੇ ਬੈਠ ਗਏ ਹੋ ਕਿ ਭਾਈ ਸਾਨੂੰ ਤੁਸੀਂ ਦੱਸ ਹੀ ਨਹੀਂ ਰਹੇ ਸਾਡੇ ਕਿਸਾਨ ਨਾਲ ਕੀ ਹੋ ਰਿਹਾ। ਉਹ ਜਿਹਦਾ ਨਾਂ ਅਸੀਂ ਅੰਨਦਾਤਾ ਰੱਖਿਆ ਸੀ। ਬਜਟ ਵਿੱਚ ਉਹਦਾ ਜ਼ਿਕਰ ਆਇਆ ਸੀ, ਪਰ ਉਹ ਤੁਹਾਨੂੰ ਵੀ ਪਤਾ ਜਿੰਨਾ ਕੁ ਆਇਆ ਸੀ, ਝੁੰਗੇ ਜਿੰਨੀ ਜਗ੍ਹਾ ਮਿਲਦੀ ਹੈ। ਹੁਣ ਤਾਂ ਦੇਸ਼ ਦੀ ਵਿੱਤ ਮੰਤਰੀ ਵੀ ਕਹਿ ਰਹੀ ਹੈ ਕਿ ਇੱਜ਼ਤ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਕਰਾਂਗੇ ਜਿਹੜੇ ਵੈਲਥ ਪੈਦਾ ਕਰਦੇ ਹਨ। ਉਹਨਾਂ ਲਈ ਗੱਫਿਆਂ ਦੇ ਵੱਡੇ ਐਲਾਨ ਹੋ ਗਏ ਨੇ, ਹਜ਼ਾਰਾਂ ਕਰੋੜਾਂ ਦੇ ਐਲਾਨ ਹੋਏ ਨੇ ਸ਼ੁੱਕਰਵਾਰ ਨੂੰ। ਅਸੀਂ ਇਹ ਸਾਰੀ ਨਵੀਂ ਰਿਐਲਿਟੀ ਵਿੱਚ ਬਹੁਤਾ ਬਦਲਾ ਤਾਂ ਲੈ ਨਹੀਂ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਸਲਾਖਾਂ ਪਿੱਛੇ ਬੈਠੇ ਚਿਦੰਬਰਮ ਨੂੰ ਪਾਸੇ ਕਰ, ਕਸ਼ਮੀਰ ਤੋਂ ਵੀ ਧਿਆਨ ਹਟਾ, ਕਿਸਾਨ ਦੀ ਗੱਲ ਕਰਨ ਦਾ ਫੈਸਲਾ ਕੀਤਾ। ਮੈਨੂੰ ਪਤਾ ਤੁਸੀਂ ਚਿਦੰਬਰਮ ਵਾਲਾ ਜਾਂ ਕਾਂਗਰਸ ਵਾਲਾ ਜਾਂ ਕਸ਼ਮੀਰ ਵਾਲਾ ਕੋਈ ਡਿਬੇਟ ਦੀ ਇੰਤਜ਼ਾਰ ਵਿੱਚ ਸੀ। ਗੱਲ ਇਹ ਹੈ ਕਿ ਆਤਮ ਹੱਤਿਆਵਾਂ ਬੇਰੋਕ ਜਾਰੀ ਹਨ। ਪਿੰਡਾਂ ਵਿੱਚ ਤਰਾਸਦੀ, ਖੇਤਾਂ ਵਿੱਚ ਤਰਾਸਦੀ ਉਸ ਤਰ੍ਹਾਂ ਦੀ ਹੈ। ਸਰਕਾਰ ਤੋਂ ਵੀ ਬੇਟੋਕ ਜਾਰੀ ਹਨ। ਕੋਟ ਫੱਤਾ ਦੇ ਪਿੰਡ ਨੱਤ ਦਾ ਕੁਲਬੀਰ ਸਿੰਘ, ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਦਾ ਸਰਾਜ ਸਿੰਘ, ਇਹ ਤਾਜ਼ੀਆਂ ਖਬਰਾਂ ਆ ਰਹੀਆਂ ਨੇ। ਜਦ ਤੱਕ ਤੁਸੀਂ ਡਿਬੇਟ ਦੇਖਣਾ ਹੈ, ਸ਼ਾਇਦ ਹੋਰ ਨਾਮ ਜੁੜਦੇ ਜਾਣ, ਸਪੀਡ ਉਹੀ ਹੈ। ਇਸ ਕਰਕੇ ਇਹ ਸਾਰੇ ਰੋਲੇ ਗੋਲੇ ਦੇ ਵਿੱਚ ਅੰਨਦਾਤਾ ਨਾਲ ਜੁੜਨਾ, ਇਹਨੂੰ ਧਰਮ ਦਾ ਕੰਮ ਸਮਝ ਕੇ ਅਸੀਂ ਇਸ ਡਿਬੇਟ ਨਾਲ ਤੁਹਾਨੂੰ ਤੇ ਆਪਣੇ ਆਪ ਨੂੰ ਜੋੜ ਰਹੇ ਹਾਂ। ਸਾਡੇ ਨਾਲ ਜੁੜ ਰਹੇ ਨੇ ਦੇਵੇਂਦਰ ਸ਼ਰਮਾ ਜੀ। ਦੇਵੇਂਦਰ ਸ਼ਰਮਾ ਜੀ ਭੋਜਨ ਬਾਰੇ ਪਾਲਿਸੀਆਂ ਦੇ, ਐਗਰੀਕਲਚਰ ਬਾਰੇ ਪਾਲਿਸੀਆਂ ਦੇ, ਡਿਵੈਲਪਮੈਂਟ ਪੈਟਰਨ ਬਾਰੇ ਪਾਲਿਸੀਆਂ ਦੇ ਮਾਹਿਰ ਤਾਂ ਹਨ ਹੀ। ਇੱਕ ਉਹ ਆਵਾਜ਼ ਹੈ ਜਿਹੜੀ ਮਨੁੱਖਤਾ, ਕਮਰਸ, ਟ੍ਰੇਡ, GDP, ਇਹਨਾਂ ਸਾਰਿਆਂ ਦੇ ਇੰਟਰਸੈਕਸ਼ਨ ਤੇ ਖੜ ਕੇ ਉਸ ਰਿਐਲਿਟੀ ਨੂੰ ਦੇਖਦੀ ਹੈ ਜਿਹੜੀ ਟੀਵੀ ਦੇ ਵਿੱਚੋਂ ਤੁਹਾਨੂੰ ਦਿਖਾਈ ਜਾਂਦੀ ਹੈ, ਤੇ ਫਿਰ ਉਸ ਰਿਐਲਿਟੀ ਨੂੰ ਜਿੱਥੇ ਖੇਤਾਂ ਦੇ ਵਿੱਚ ਤਰਾਸਦੀ ਅਜੇ ਵੀ ਗੂੰਜਦੀ ਹੈ। ਦੇਵੇਂਦਰ ਸ਼ਰਮਾ ਜੀ, ਇੱਕ ਤਾਂ ਇਹਨਾਂ ਸਾਰੇ ਡਿਬੇਟਾਂ ਨੂੰ ਪਾਸੇ ਕਰਦਿਆਂ ਕਿਉਂ ਕਿਸਾਨ ਗਾਇਬ ਹੋ ਜਾਂਦਾ ਹੈ, ਰਾਜਨੀਤੀ ਸਾਡੀ ਕਿਵੇਂ ਇਹ ਅਫੋਰਡ ਕਰ ਰਹੀ ਹੈ, ਅੱਜ ਸਥਿਤੀ ਕੀ ਹੈ ਜਦੋਂ ਅਸੀਂ ਹਫ਼ਤਿਆਂ ਤੋਂ ਕਿਸਾਨੀ ਤਰਾਸਦੀ ਦੀਆਂ ਖਬਰਾਂ ਨਹੀਂ ਪੜ੍ਹ ਸੁਣ ਰਹੇ। ਐਗਰੀਕਲਚਰ ਦੇ ਫੀਲਡ ਦੇ ਵਿੱਚ ਇਸ ਦੌਰਾਨ ਬਹੁਤ ਵੱਡੀਆਂ ਡਿਵੈਲਪਮੈਂਟਸ ਵੀ ਹੋ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਜਿੱਥੇ ਅਮੇਜ਼ਨ ਰੇਨ ਫੋਰੈਸਟ ਦੇ ਵਿੱਚ ਅੱਗਾਂ ਲੱਗੀਆਂ ਨੇ, ਜਿਹਦੇ ਬਾਰੇ ਬਹੁਤ ਸਾਰੇ ਦੇਸ਼ ਚਿੰਤਾ ਵਿੱਚ ਨੇ। ਉਹਨਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਭੱਜੇ ਫਿਰਦੇ ਨੇ। ਅਸੀਂ ਉਸ ਡਿਬੇਟ ਤੋਂ ਵੀ ਦੂਰ ਹਾਂ। ਤੇ ਸਾਡੇ ਆਪਣੇ ਦੇਸ਼ ਦੇ ਵਿੱਚ ਜਿੱਥੇ ਅੱਧਾ ਦੇਸ਼ ਹੜ੍ਹ ਵਿੱਚ ਹੈ, ਜਿਹੜਾ ਟੀਵੀ ਤੇ ਨਜ਼ਰ ਆਉਂਦਾ, ਅੱਧਾ ਦੇਸ਼ ਸੋਕੇ ਵਿੱਚ ਹੈ, ਜਿਹੜਾ ਅਜੇ ਟੀਵੀ ਤੱਕ ਵੀ ਨਹੀਂ ਪਹੁੰਚਿਆ। ਇਸ ਸਭ ਦੇ ਵਿੱਚ ਹਾਊ ਡਜ਼ ਇੰਡੀਆ ਇੰਗੇਜ ਵਿਦ ਦਾ ਫਾਰਮਰ? ਤੁਸੀਂ ਜੋ ਅੱਜ ਗੱਲ ਕਰ ਰਹੇ ਹੋ SP ਜੀ, ਇਹ ਮੇਰਾ ਖਿਆਲ ਹੈ ਕਿ ਇਹ ਹਾਰਟ ਟਾਕ ਜਿਹੜਾ ਕਿ BBC ਦਾ ਪ੍ਰੋਗਰਾਮ ਆਉਂਦਾ ਸੀਗਾ, ਉਹਦੇ ਵਾਸਤੇ ਕੁਆਲੀਫਾਈ ਕਰਦਾ ਹੈ ਸ਼ੋਅ। ਔਰ ਇਸ ਸਮੇਂ ਤੁਸੀਂ ਗੱਲ ਕਰ ਰਹੇ ਹੋ ਐਗਰੀਕਲਚਰ ਦੀ ਜਾਂ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੈ, ਜਦ ਕਿ ਲੱਗਦਾ ਹੈ ਕਿ ਕਿਸਾਨ ਐਗਜ਼ਿਸਟ ਹੀ ਨਹੀਂ ਕਰਦਾ ਇਸ ਦੇਸ਼ 'ਚ। ਇਸ ਕਰਕੇ ਮੈਂ ਕਹਿ ਰਿਹਾ, ਤੁਸੀਂ 15 ਦਿਨ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਇਕਨੋਮਿਕ ਸਲੋ ਡਾਊਨ ਦੀ ਡਿਬੇਟ ਚੱਲ ਰਹੀ ਹੈ, ਇਕਨੋਮਿਕ ਸਲੋ ਡਾਊਨ, ਉਹ 'ਚ ਤੁਸੀਂ ਦੇਖੋਗੇ ਰੌਲਾ ਪੈ ਗਿਆ। ਨੀਤੀ ਆਯੋਗ ਦੇ ਚੇਅਰਮੈਨ ਨੇ ਕਿਹਾ ਤਾਂ ਰੌਲਾ ਪੈ ਗਿਆ ਪੂਰੇ ਦੇਸ਼ 'ਚ। ਔਰ ਉਹਦੇ ਵਿੱਚ ਦੇਖੋ ਤਾਂ ਡਿਬੇਟ ਇਹੀ ਹੋ ਰਹੀ ਹੈ ਕਿ ਕਾਰਪੋਰੇਟਸ ਨੂੰ ਕਿਸ ਤਰ੍ਹਾਂ ਬੇਲ ਆਊਟ ਕੀਤਾ ਜਾਏ, ਇੱਕ। ਦੂਸਰਾ ਜੋ ਹੈ ਕਿ ਮਿਡਲ ਕਲਾਸ ਨੂੰ ਕਿੰਨੇ ਕੁ ਸਹੂਲਤਾਂ ਦੇ ਲਈ ਜਾਈਏ ਕਿ ਉਹਨਾਂ ਦੀ ਜਿਹੜੀ ਡੋਮੈਸਟਿਕ ਡਿਮਾਂਡ ਜਿਹੜੀ ਹੈ ਹੋਰ ਜ਼ਿਆਦਾ ਕ੍ਰੀਏਟ ਹੋ ਜਾਏ। ਇਹ ਸਾਰੇ ਨਾਲ ਇਹ ਲੱਗਦਾ ਹੈ ਕਿ ਬਾਕੀ ਹਿੰਦੁਸਤਾਨ ਐਗਜ਼ਿਸਟ ਹੀ ਨਹੀਂ ਕਰਦਾ।
ਜੇ ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ ਤਾਂ ਸਿਵਾਏ ਕਾਰਪੋਰੇਟ ਔਰ ਨਾਲ ਮਿਡਲ ਕਲਾਸ ਦੇ ਉਹਦੇ ਬਾਕੀ ਦੇਸ਼ ਐਗਜ਼ਿਸਟ ਨਹੀਂ ਕਰਦਾ। ਤੁਸੀਂ ਦੇਖ ਲਓ ਸਾਰੀ ਡਿਬੇਟ ਵਿੱਚ ਕਿਤੇ ਇਹ ਗੱਲ ਨਹੀਂ ਹੋਈ ਕਿ ਕਿਸਾਨ ਦਾ ਕੀ ਹਾਲ ਹੈ, ਰੂਰਲ ਡਿਮਾਂਡ ਦਾ ਕੀ ਹਾਲ ਹੈਗਾ, ਦੇਸ਼ ਦੇ ਅਨਇੰਪਲੋਇਮੈਂਟ ਦਾ ਕੀ ਹਾਲ ਹੈ, ਜੌਬਸ ਕਿੱਥੇ ਹੈਗੇ ਆ। ਲੇਕਿਨ ਇੱਕ ਸਾਰਾ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੈਗਾ ਜਿਸ ਤਰ੍ਹਾਂ ਕਿ ਜਦ ਤੁਸੀਂ ਅਗਰ ਕਾਰਪੋਰੇਟ ਨੂੰ ਇਕਨੋਮਿਕ ਸਟਿਮੂਲਸ ਨਹੀਂ ਦਿਓਗੇ ਜਾਂ ਉਹਨਾਂ ਨੂੰ ਇੱਕ ਪੈਕੇਜ ਨਹੀਂ ਦਿਓਗੇ ਤਾਂ ਦੇਸ਼ ਵਿੱਚ ਕੋਈ ਕ੍ਰਾਈਸਿਸ ਆਉਣ ਵਾਲਾ ਹੈ, ਭਿਅੰਕਰ ਕ੍ਰਾਈਸਿਸ ਆਉਣ ਵਾਲਾ ਹੈਗਾ। ਇਹ ਮੈਨੂੰ ਜਿਸੇ ਰਾਜੀਵ ਕੁਮਾਰ ਜੀ ਦਾ ਮੈਂ ਸੁਣ ਰਿਹਾ ਸੀ, ਨੀਤੀ ਆਯੋਗ ਦੇ ਜਿਹੜੇ ਚੀਫ ਨੇ, ਉਹਨਾਂ ਨੇ ਕਿਹਾ 70 ਸਾਲਾਂ ਵਿੱਚ ਇਹੋ ਜਿਹੇ ਹਾਲਾਤ ਨਹੀਂ ਸਨ ਜਿਹੜੇ ਹੁਣੇ ਹੋ ਗਏ ਨੇ। ਇੰਜ ਜਾਪਿਆ ਕਿ ਇਸੇ ਹਫਤੇ ਹੀ ਕੁਝ ਏਡਾ ਵੱਡਾ ਹੋ ਗਿਆ। ਉਹਨਾਂ ਨੇ ਕਿਹਾ ਲਿਕੁਇਡਿਟੀ ਸਿਚੁਏਸ਼ਨ ਖਰਾਬ ਹੋ ਗਈ ਹੈ, ਸਾਰਾ ਫਾਈਨੈਂਸ਼ੀਅਲ ਸੈਕਟਰ ਉਥਲ ਪੁਥਲ ਹੋਣ ਲੱਗਾ ਜੇ, ਕੋਈ ਕਿਸੇ ਨੂੰ ਟਰਸਟ ਨਹੀਂ ਕਰ ਰਿਹਾ, ਸਰਕਾਰ ਕਿਸੇ ਨੂੰ ਕ੍ਰੈਡਿਟ ਨਹੀਂ ਦੇ ਰਹੀ, ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਕ੍ਰੈਡਿਟ ਦੇਣਾ ਬੰਦ ਕਰ ਦਿੱਤਾ। ਬਸ ਤੂਫਾਨ ਆਇਆ ਕਿ ਆਇਆ ਤੇ ਹਿਲ ਗਈ, ਫਾਈਨੈਂਸ ਮਿਨਿਸਟਰੀ ਵੀ ਹਿਲ ਗਈ। ਫਾਈਨੈਂਸ ਮਿਨਿਸਟਰ ਨੂੰ 24 ਘੰਟੇ ਵੀ ਨਹੀਂ ਲੱਗੇ, ਭੱਜ ਕੇ ਵੱਡੀ ਸਾਰੀ ਪ੍ਰੈਸ ਕਾਨਫਰੰਸ ਤੇ ਵੱਡੇ ਸਾਰੇ ਗੱਫੇ 70,000 ਕਰੋੜ ਬੈਂਕਸ ਨੂੰ, ਪੀਐਸਬੀਜ਼ ਨੂੰ ਉਸੇ ਵੇਲੇ ਐਲਾਨ ਹੋ ਗਿਆ। ਉਹਨਾਂ ਨੇ ਕਿਹਾ ਸੀ ਸੁਪਰ ਰਿਚ ਦੇ ਉੱਤੇ ਇੱਕ ਟੈਕਸ ਲੱਗਣਾ ਹੈ। ਇਹ ਬੜੀ ਤਰਵਾਸ ਮਿਲੀ ਸੀ ਲੋਕਾਂ ਨੂੰ ਕਿ ਬਜਟ ਦੇ ਵਿੱਚ ਅੱਛਾ ਜਿਨ੍ਹਾਂ ਦੀਆਂ ਇਨਕਮ ਮਹੀਨੇ ਦੀਆਂ ਹੰਡਰਡਸ ਆਫ ਕਰੋੜਸ ਨੇ, ਸੈਂਕੜੇ ਕਰੋੜਾਂ ਨੇ ਇੱਕ ਮਹੀਨੇ 'ਚ, ਉਹਨਾਂ ਦੇ ਉੱਤੇ ਥੋੜਾ ਟੈਕਸ ਵਧਾਤਾ ਸੀ। ਉਹਨਾਂ ਨੇ ਕਿਹਾ ਉਹ ਵੀ ਅਨਿਆਂ ਹੋ ਗਿਆ ਸੀ ਉਹਨਾਂ ਨਾਲ, ਉਹ ਵੀ ਵਾਪਸ ਲੈ ਲਿਆ। ਮੈਂ ਸਿਰਫ ਪੁੱਛਣਾ ਚਾਹੁੰਦਾ ਜਿਵੇਂ ਉਸ ਵੇਲੇ ਐਕਟ ਕਰਦੇ ਨੇ ਇਹ ਉਵੇਂ ਕਿਸਾਨ ਵੇਲੇ ਕਿਉਂ ਨਹੀਂ ਇਹ ਤਰਾਸਦੀ ਨਹੀਂ ਹੋਈ ਵੱਡੀ? ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਦ ਇਹਨਾਂ ਨੇ ਅੱਜ ਸਵੇਰੇ ਜਾਂ ਕੱਲ ਜੋ ਉਹਨਾਂ ਦੀ ਸਟੇਟਮੈਂਟ ਸੀਗੀ ਜਾਂ 1-2 ਦਿਨ ਪਹਿਲੇ ਜੋ ਸਟੇਟਮੈਂਟ ਸੀ ਉਹਨਾਂ ਦੀ, ਉਹਦੇ ਉੱਪਰ ਅਸੀਂ ਦੇਖਿਆ ਟਵੀਟ ਵੀ ਆਏ, ਬਹੁਤ ਸਾਰਾ ਮੈਸੇਜ ਆਇਆ। ਤਾਂ ਉਹਦੇ ਵਿੱਚ ਮੈਂ ਉਹਦੇ ਵਿੱਚ ਇੱਕ ਵਾਪਸ ਟਵੀਟ ਇਹਨਾਂ ਨੂੰ ਭੇਜਿਆ ਕਿ ਬਈ ਉਹ ਕੋਈ ਟਾਈਮ ਮੈਨੂੰ ਕੋਈ ਯਾਦ ਕਰਾ ਦਿਓ ਜਦ ਰਾਜੀਵ ਕੁਮਾਰ ਜੀ ਜੋ ਕਿ ਨੀਤੀ ਆਯੋਗ ਦੇ ਚੀਫ ਹੈਗੇ, ਉਹਨਾਂ ਨੇ ਕਦੀ ਕੰਸਰਨ ਜ਼ਾਹਿਰ ਕੀਤਾ ਹੋਏ ਐਗਰੀਕਲਚਰ ਵਿੱਚ ਐਕਸਟਰਾਆਰਡੀਨਰੀ ਕ੍ਰਾਈਸਿਸ ਹੈ। ਇਹ ਕਹਿੰਦਾ ਕਿ ਇਕਨੋਮਿਕ ਕ੍ਰਾਈਸਿਸ ਹੈਗਾ, ਸਭ ਨੂੰ ਸਮਝ ਆ ਰਿਹਾ, ਲੇਕਿਨ ਐਗਰੀਕਲਚਰ ਵਿੱਚ ਵੀ ਇਕਨੋਮਿਕ ਕ੍ਰਾਈਸਿਸ ਭਿਅੰਕਰ ਸੀਗਾ ਔਰ ਭਿਅੰਕਰ ਚੱਲ ਰਿਹਾ ਹਾਲ ਤੱਕ। ਉਹਦੇ ਬਾਰੇ ਕਦੀ ਅੱਜ ਤੱਕ ਮੈਂ ਨੀਤੀ ਆਯੋਗ ਹੋਏ ਜਾਂ ਗਵਰਨਮੈਂਟ ਆਫ ਇੰਡੀਆ ਦੀ ਕੋਈ ਫਾਈਨਾਂਸ ਮਿਨਿਸਟਰ ਹੋਏ ਜਾਂ ਹੋਰ ਵੀ ਕੋਈ ਜਿਹੜਾ ਜੋ ਰਿਪਰੈਜ਼ੈਂਟ ਕਰਦੇ ਆ, ਕਦੀ ਮੈਂ ਗੱਲ ਨਹੀਂ ਸੁਣੀ। ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ, ਇਹ ਕਿਹਾ ਕਿ 70 ਸਾਲਾਂ ਵਿੱਚ ਕ੍ਰਾਈਸਿਸ ਹੋ ਗਿਆ। ਤੁਸੀਂ ਦੇਖੋ ਕਿ ਐਗਰੀਕਲਚਰ ਦਾ ਕ੍ਰਾਈਸਿਸ 2000 ਤੋਂ ਲੈ ਕੇ 2017 ਦੇ ਵਿੱਚ 17 ਸਾਲ ਦਾ ਪੀਰੀਅਡ, ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਜਿਹੜਾ OECD ਦੀ ਸਟੱਡੀ ਆਉਂਦੀ ਹੈ, ਉਹ ਕਹਿੰਦੀ ਹੈ ਕਿ ਹਿੰਦੁਸਤਾਨ ਦੇ ਕਿਸਾਨਾਂ ਨੂੰ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈਗਾ ਸਨ 2000 ਤੋਂ ਲੈ ਕੇ 2017 ਵਿੱਚ। ਕਦੀ ਕਿਸੇ ਨੀਤੀ ਆਯੋਗ ਦੇ ਚੇਅਰਮੈਨ ਨੇ ਕਿਹਾ ਕਿ ਇਹ ਬਹੁਤ ਐਕਸਟਰਾਆਰਡੀਨਰੀ ਕ੍ਰਾਈਸਿਸ ਹੈ? ਕਦੀ ਨੁਕਸਾਨ ਕਿਸਾਨਾਂ ਉਹ ਤਾਂ ਗਿਣਦੇ ਨੇ ਕਿ ਸਬਸਿਡੀਆਂ ਕਿੰਨੀਆਂ ਦਿੱਤੀਆਂ ਕਿਸਾਨਾਂ ਨੂੰ। ਮੈਂ ਤੁਹਾਨੂੰ ਦੱਸ ਰਿਹਾ ਕਿ ਜੇ 45 ਲੱਖ ਕਰੋੜ ਰੁਪਏ ਦਾ ਜੇ ਕਾਰਪੋਰੇਟ ਨੂੰ ਨੁਕਸਾਨ ਹੋਇਆ ਹੁੰਦਾ, ਅੱਜ ਦੇਸ਼ ਕਿਤੇ ਮੈਨੂੰ ਲੱਗਦਾ ਕਿ ਉਥਲ ਪੁਥਲ ਹੋ ਗਿਆ ਹੋਣਾ ਸੀਗਾ। ਕਹਿਣ ਦਾ ਮਤਲਬ ਹੈ ਕਿ ਜੇ ਗਰੀਬ ਆਦਮੀ ਦਾ ਨੁਕਸਾਨ ਹੁੰਦਾ ਹੈਗਾ, ਕਿਸਾਨ ਮਜਬੂਰੀ ਵਿੱਚ ਜੀ ਰਿਹਾ ਹੈਗਾ, ਉਹ ਇਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਉਹ ਇਕਨੋਮਿਕ ਕ੍ਰਾਈਸਿਸ ਹੈਗਾ। ਇਕਨੋਮਿਕ ਕ੍ਰਾਈਸਿਸ ਉਹੀ ਹੈ ਜਿਹੜਾ ਕਾਰਪੋਰੇਟ ਨਾਲ ਹੁੰਦਾ ਹੈਗਾ, ਐਜ਼ ਇਫ ਬਾਕੀ ਦੇ ਦੇਸ਼ ਐਗਜ਼ਿਸਟ ਨਹੀਂ ਕਰਦੇ। ਟੂ ਮੀ ਇਹ ਕਿਸ ਤਰ੍ਹਾਂ ਹੁੰਦਾ? ਕਿਉਂਕਿ ਮੈਂ ਨਿਰਮਲਾ ਸੀਤਾਰਮਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸ਼ੁੱਕਰਵਾਰ ਨੂੰ ਜੀ, 12 ਵਾਰੀ ਤੱਕ ਮੈਂ ਗਿਣਿਆ, ਫਿਰ ਮੈਂ ਗਿਣਨਾ ਛੱਡ ਦਿੱਤਾ। 12 ਵਾਰੀ ਉਹਨਾਂ ਨੇ ਕਿਹਾ ਵੀ ਰਿਸਪੈਕਟ ਵੈਲਥ ਕ੍ਰੀਏਟਰਸ। ਫਿਰ ਉਹਨਾਂ ਨੇ ਯਾਦ ਕਰਾਇਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਵੈਲਥ ਕ੍ਰੀਏਟਰਸ ਦੀ ਰਿਸਪੈਕਟ ਕਰਦੇ ਹਾਂ। ਫਿਰ ਉਹਨਾਂ ਨੇ ਕਿਹਾ ਅਸੀਂ ਵੈਲਥ ਕ੍ਰੀਏਟਰਸ ਦੀ ਰਿਸਪੈਕਟ ਕਰਦੇ ਹਾਂ। ਮੈਂ 12 ਵਾਰੀ ਬੋਲਾਂਗਾ ਤਾਂ ਲੋਕ ਬੋਰ ਹੋ ਜਾਣਗੇ। ਉਹਨਾਂ ਨੇ ਇਸ ਤੋਂ ਵੀ ਅੱਗੇ ਬਹੁਤ ਵਾਰੀ ਕਿਹਾ। ਹੁਣ ਪ੍ਰੋਬਲਮ ਇਹ ਹੈ ਕਿ ਇਹ ਦਿਖਾਈ ਦਿੰਦਾ ਕਿ ਸਰਕਾਰ ਵਾਕਈ ਹੀ ਇੱਜ਼ਤ ਕਰਦੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਨੋਟਿਸ ਜਾਂਦਾ ਸੀਗਾ ਕਿਸੇ ਨੂੰ ਕਿ ਭਾਈ ਤੁਸੀਂ ਟੈਕਸ ਨਹੀਂ ਦਿੱਤਾ, ਬੜਾ ਤੰਗ ਕਰਦੇ ਨੇ ਟੈਕਸ ਵਾਲੇ ਵੀ, ਵਪਾਰ ਕਰਨ ਵਾਲੇ ਨੂੰ ਨੋਟਿਸ ਭੇਜ ਦਿੰਦੇ ਨੇ ਟੈਕਸ ਚੋਰੀ ਦਾ। ਉਹਨਾਂ ਨੇ ਕਿਹਾ ਹਰ ਸਾਰੇ ਨੋਟਿਸਿਸ ਦੀ ਸੈਂਟਰਲਾਈਜੇਸ਼ਨ ਕਰ ਦਿੱਤੀ ਹੈ। DIN ਨੰਬਰ ਉੱਤੇ ਲੱਗਾ ਹੋਵੇਗਾ, DIN ਨੰਬਰ ਹੋਵੇਗਾ ਤਾਂ ਇਹ ਨੋਟਿਸ ਲਵੋ, ਨਹੀਂ ਤਾਂ ਚੱਕ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਓ। ਉਹਨਾਂ ਨੇ ਕਿਹਾ DIN ਨਹੀਂ ਤਾਂ ਡਸਟਬਿਨ। ਹੁਣ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿੰਨੇ ਪਹਿਲਾਂ ਦੇ ਨੋਟਿਸਿਸ ਨੇ, ਜੇ ਮਹੀਨੇ 'ਚ ਫੈਸਲਾ ਨਹੀਂ ਹੋਇਆ ਜਾਂ ਨੋਟਿਸ ਦੁਬਾਰਾ ਆਏਗਾ, ਨਹੀਂ ਤਾਂ ਉਹਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿਓ। ਇਹ ਵੈਸੇ ਚੰਗੀ ਗੱਲ ਹੈ, ਇਹਦੇ ਨਾਲ ਲੋਕ ਦੁਖੀ ਨਹੀਂ ਹੋਣਗੇ। ਪਰ ਉਹ ਜਿਹੜਾ ਕਿਸਾਨ ਨੂੰ ਕੁਰਕੀ ਵਾਲਾ ਨੋਟਿਸ ਆਉਂਦਾ ਹੈ, ਜੇ ਉਹ ਕਿਉਂਕਿ CM ਸਾਹਿਬ ਕਹਿੰਦੇ ਨੇ ਵੀ ਕੁਰਕੀਆਂ ਬੰਦ ਨੇ ਤੇ ਨੋਟਿਸ ਆਈ ਜਾਂਦੇ ਨੇ, ਇਹ ਉਹਦੇ ਲਈ ਉਸੇ ਵੇਲੇ ਇਹੋ ਜਿਹਾ ਇੰਤਜ਼ਾਮ ਕਿਉਂ ਨਹੀਂ ਕਰਦੇ? ਬਿਲਕੁਲ ਤੁਸੀਂ ਠੀਕ ਕਿਹਾ ਕਿ ਜਦ ਪੰਜਾਬ ਦਾ ਕਿਸਾਨ, ਅਸੀਂ ਦੂਰ ਨਹੀਂ ਜਾਈਏ, ਪੰਜਾਬ ਦੇ ਕਿਸਾਨ ਨੂੰ ਜੇਲ੍ਹ 'ਚ ਭੇਜਿਆ ਜਾਂਦਾ ਹੈ ਕਿਉਂਕਿ ਉਹਨੇ ਬਲੈਂਕ ਚੈੱਕ ਤੇ ਸਾਈਨ ਕੀਤੇ ਹੋਏ ਹੈਗੇ ਹੈ, ਔਰ ਬਲੈਂਕ ਚੈੱਕ ਜਿਹੜੇ ਬੈਂਕਸ ਹੈਗੇ ਉਹ ਪੇਸ਼ ਕਰ ਦਿੰਦੇ ਹੈਗੇ, ਉਹ ਸਿਵਲ ਕੇਸ ਨੂੰ ਕ੍ਰਿਮੀਨਲ ਕੇਸ ਬਣਾ ਲੈਂਦੇ ਹੈ। ਔਰ ਕਈ ਸਾਰੇ ਕਿਸਾਨ ਮਰੇ ਵੀ ਹੈਗੇ ਜਾ ਕੇ ਉੱਥੇ ਜੇਲ੍ਹ ਵਿੱਚ ਜਾ ਕੇ ਉਹਨਾਂ ਦੀ ਮੌਤ ਵੀ ਹੋਈ ਹੈਗੀ ਹੈ। ਉਸ ਟਾਈਮ ਕਿਤੇ ਚਰਚਾ ਨਹੀਂ ਹੁੰਦੀ ਹੈਗੀ ਹੈ, ਕਿਤੇ ਚਰਚਾ ਨਹੀਂ ਆਈ ਕਿ ਇਹ ਬਹੁਤ ਬੜਾ ਕ੍ਰਾਈਸਿਸ ਹੈ, ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ। ਟੈਕਸ ਟੈਰਰਿਜ਼ਮ ਅਸਲੀ ਤਾਂ ਇਹੀ ਹੁੰਦਾ ਨਾ। ਕਿਸਾਨ ਵੈਲਥ ਕ੍ਰੀਏਟਰ ਨਹੀਂ ਹੈਗਾ
ਕਿਉਂਕਿ ਵੈਲਥ ਕ੍ਰੀਏਟਰ ਦੀ ਤੇ ਇੱਜ਼ਤ ਹੈ, ਇਹ ਸਰਕਾਰ ਕਹਿ ਰਹੀ ਹੈ। ਦੇਖੋ ਇਹ ਸਾਡੀ ਸੋਚ ਵਿੱਚ ਕਿਤੇ ਬਹੁਤ ਬੜਾ ਇੱਕ ਖੋਟ ਹੈਗਾ, ਜਿਵੇਂ ਅਸੀਂ ਕਹਿੰਦੇ ਹਾਂ ਕਿਸਾਨ ਵੈਲਥ ਕ੍ਰੀਏਟਰ ਨਹੀਂ ਹੈ। ਜਿਸ ਦੇਸ਼ ਵਿੱਚ ਕਿਸਾਨ ਫਾਰਮਰ ਵਰਡ ਨਹੀਂ ਸੁਣਾਈ ਦਿੱਤਾ ਅੱਜ ਪ੍ਰੈਸ ਬਿਲਕੁਲ ਠੀਕ ਹੈ, ਮੈਂ ਉਹੀ ਕਹਿ ਰਿਹਾ ਕਿ ਉਹ ਜਿਹੜੀ ਸੋਚ ਹੈ ਉਹਨੂੰ ਬਦਲਣ ਦੀ ਜ਼ਰੂਰਤ ਹੈਗੀ। ਉਹੀ ਸੋਚ ਹੈਗੀ ਜਿਹੜੀ ਨੀਤੀ ਆਯੋਗ ਦੇ ਚੇਅਰਮੈਨ ਨੇ ਕਹੀ ਹੈਗੀ ਜਾਂ ਚੀਫ ਨੇ ਕਹੀ ਹੈਗੀ ਹੈ, ਉਹੀ ਇੱਥੇ ਵੀ ਰਿਫਲੈਕਟ ਹੁੰਦੀ ਹੈ ਕਿ ਜਦੋਂ ਅਸੀਂ ਕਹਿੰਦੇ ਵੈਲਥ ਕ੍ਰੀਏਟਰ ਫੂਡ, ਜਦ ਸਾਡਾ ਕੰਟਰੀ, ਤੁਹਾਨੂੰ ਯਾਦ ਹੋਏਗਾ ਸਾਡਾ ਦੇਸ਼ ਜਦ ਫੂਡ ਨਹੀਂ ਪੈਦਾ ਕਰਦਾ ਸੀਗਾ ਇੰਨਾ ਜ਼ਿਆਦਾ, ਤਾਂ ਵੀ ਵਰ ਅ ਕੰਟਰੀ ਨੋਨ ਐਸ ਸ਼ਿਪ ਟੂ ਮਾਊਥ ਐਗਜ਼ਿਸਟੈਂਸ। ਸ਼ਿਪ ਟੂ ਮਾਊਥ, ਉਧਰੋਂ ਜਹਾਜ਼ ਆ ਰਿਹਾ, ਜਹਾਜ਼ ਆਉਂਦੇ ਸੀਗੇ, ਖਬਰਾਂ ਛਪਦੀਆਂ ਸੀ ਜੀ, ਕੇਪ ਆਫ ਹਾਰਨ ਤੱਕ ਪਹੁੰਚ ਗਿਆ ਜੀ ਸ਼ਿਪ, ਤੇ ਇੱਧਰ ਕਣਕ ਦਾ ਰੇਟ ਡਿੱਗਣਾ ਸ਼ੁਰੂ ਹੋ ਜਾਂਦਾ ਸੀ ਵੀ ਨਵੀਂ ਕਣਕ ਆ ਰਹੀ ਹੈ। ਉੱਥੇ ਜਹਾਜ਼ ਕਿੱਥੇ ਪਹੁੰਚਿਆ, ਉਸ ਵੇਲੇ ਮਾਰਕੀਟ ਚੱਲਦੀ ਸੀ। ਤੁਹਾਨੂੰ ਯਾਦ ਹੋਏਗਾ ਅਮਰੀਕਾ ਦੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਲਿੰਡਨ ਜੌਨਸਨ ਨੇ ਸਟਾਪ ਕਰਤਾ ਸੀਗਾ ਫੂਡ ਐਕਸਪੋਰਟ ਟੂ ਇੰਡੀਆ, ਤੇ ਇੱਕ ਕ੍ਰਾਈਸਿਸ ਹੋ ਗਿਆ ਸੀਗਾ, ਕੰਟਰੀ ਕੋਲ 7 ਦਿਨ ਤੋਂ ਜ਼ਿਆਦਾ ਫੂਡ ਸਟਾਕ ਨਹੀਂ ਸੀਗਾ। ਉਸ ਟਾਈਮ ਅਸਲੀ ਵੈਲਥ ਕ੍ਰੀਏਟਰ ਜਿਹੜਾ ਸੀਗਾ ਉਹ ਦੇਸ਼ ਦਾ ਕਿਸਾਨ ਸੀਗਾ। ਦੇਸ਼ ਦਾ ਕਿਸਾਨ ਜਿਹੜੀ ਇੱਕ ਫਾਊਂਡੇਸ਼ਨ, ਇਕਨੋਮਿਕ ਫਾਊਂਡੇਸ਼ਨ ਉਹਨੇ ਕ੍ਰੀਏਟ ਕੀਤੀ ਹੈਗੀ ਹੈ ਬਾਈ ਫੂਡ ਸਿਕਿਉਰਿਟੀ, ਜੋ ਦੇਸ਼ ਪੈਦਾ ਕੀਤੀ ਹੈਗੀ ਹੈ। ਨੈਸ਼ਨਲ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਰਿਲਾਈ ਕਰਦੀ ਹੈ ਫੂਡ ਸਿਕਿਉਰਿਟੀ ਕਿਸੇ ਵੀ ਦੇਸ਼ ਦੀ, ਔਰ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਜਿਹੜਾ ਹੈਗਾ ਉਹ ਕਿਸਾਨ ਪਲੇ ਕਰਦਾ ਹੈ। ਵੈਲਥ ਕ੍ਰੀਏਸ਼ਨ ਉੱਥੋਂ ਸ਼ੁਰੂ ਹੁੰਦੀ ਹੈ, ਨਾ ਕਿ ਵੈਲਥ ਕ੍ਰੀਏਸ਼ਨ ਟ੍ਰਿਕਲ ਡਾਊਨ ਹੁੰਦੀ ਹੈ ਜੋ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਇੱਕ ਪੈਕੇਜ ਦੇ ਦੇਵਾਂਗੇ, ਕੁਝ ਇਹਨਾਂ ਨੂੰ ਸਹੂਲਤਾਂ ਦੇ ਦੇਵਾਂਗੇ ਕਾਰਪੋਰੇਟਸ ਨੂੰ। ਸੈਂਸ ਆਫ ਕ੍ਰਾਈਸਿਸ ਹੈ, ਉਹਨੂੰ ਕਿਸ ਤਰ੍ਹਾਂ ਅੰਡਰਲਾਈਨ ਕਰੇ? ਕਿਉਂਕਿ ਜਿਸ ਵੇਲੇ ਨੀਤੀ ਆਯੋਗ ਦੇ ਚੇਅਰਮੈਨ ਇਹ ਕਹਿੰਦੇ ਨੇ ਕਿ ਭਾਈ ਬਹੁਤ ਉਥਲ ਪੁਥਲ ਹੋ ਗਈ ਹੈ, ਲੋਕਾਂ ਨੂੰ ਵੱਡੇ ਵੱਡੇ ਵਰਡਸ ਨਾਲ ਡਰ ਲੱਗਦਾ। ਜਿਸ ਵੇਲੇ ਕੋਈ ਸ਼ਬਦ ਸੁਣਦਾ ਰਿਸੈਸ਼ਨ ਆ ਜਾਵੇਗੀ, ਲੋਕਾਂ ਨੂੰ ਤੇ ਉਹ ਗ੍ਰੇਟ ਡਿਪਰੈਸ਼ਨ ਯਾਦ ਆਉਂਦੀ ਹੈ ਅਮਰੀਕਾ ਦੀ 1929 ਦੀ ਕਿਉਂ ਜੀ, 2008 ਵਾਲੀ ਯਾਦ ਆ ਜਾਂਦੀ ਹੈ, ਸਬ ਪ੍ਰਾਈਮ ਕ੍ਰਾਈਸਿਸ ਵਾਲੀ। ਰਿਸੈਸ਼ਨ ਤੋਂ ਸਾਰਿਆਂ ਨੂੰ ਡਰ ਲੱਗਦਾ ਹੈ। ਵੀਰਵਾਰ ਨੂੰ ਬੋਲਦੇ ਨੇ ਨੀਤੀ ਆਯੋਗ ਦੇ ਚੇਅਰਮੈਨ, ਤੇ ਸ਼ੁੱਕਰਵਾਰ ਤੱਕ ਵਿੱਤ ਮੰਤਰੀ ਏਡੀ ਲੰਬੀ ਚੌੜੀ ਪ੍ਰੈਸ ਕਾਨਫਰੰਸ ਕਰਦੇ ਨੇ। ਉਹਨਾਂ ਨੇ ਕਿਹਾ ਸੀ ਨੀਤੀ ਆਯੋਗ ਦੇ ਚੇਅਰਮੈਨ ਨੇ ਕਿ ਭਾਈ ਉਹ GST ਤੋਂ ਜਿਹੜਾ ਵਾਪਸ ਪੈਸਾ ਆਣਾ ਹੁੰਦਾ ਹੈ ਨਾ ਪ੍ਰਾਈਵੇਟ ਸੈਕਟਰ ਨੂੰ, ਇਨ ਲਿਊ ਆਫ ਗੁੱਡਸ ਐਂਡ ਸਰਵਿਸਿਜ਼ ਅਵੇਲਡ, ਉਹਦੇ 'ਚ ਡਿਲੇ ਹੋ ਰਿਹਾ ਪੇਮੈਂਟਸ 'ਚ ਸਰਕਾਰ ਵੱਲੋਂ, ਇਸ ਕਰਕੇ ਵੀ ਮਾਰਕੀਟ ਵਿੱਚ ਮੰਦੀ ਹੈ। ਸ਼ੁੱਕਰਵਾਰ ਨੂੰ ਵਿੱਤ ਮੰਤਰੀ ਕਹਿੰਦੇ ਨੇ ਕਿ ਕਿਸੇ ਕਿਸਮ ਦਾ ਵੀ ਉਹਦੇ ਵਿੱਚ ਡਿਲੇ ਹੋਇਆ ਤਾਂ ਸਖਤ ਐਕਸ਼ਨ ਅਫਸਰਾਂ ਖਿਲਾਫ ਲਿਆ ਜਾਵੇਗਾ, ਬਲਕਿ ਉਹਨੂੰ ਆਟੋਮੇਸ਼ਨ ਦੇ ਉੱਤੇ ਪਾ ਦਿੱਤਾ ਗਿਆ ਹੈ। ਇਹ ਸਾਰਾ ਕੁਝ ਆਟੋਮੇਸ਼ਨ, ਵਨ ਟਾਈਮ ਸੈਟਲਮੈਂਟ ਉਹਨਾਂ ਨੇ ਕਿਹਾ ਆਟੋਮੇਸ਼ਨ ਦੇ ਉੱਤੇ। ਕਿਸੇ ਨੂੰ ਉਹਨਾਂ ਨੇ ਕਿਹਾ ਸਟਾਰਟਅਪ ਵਾਲਿਆਂ ਨੂੰ ਟੈਕਸ ਵਿੱਚ ਕੋਈ ਪ੍ਰੋਬਲਮ ਆਵੇ ਟੈਕਸ ਬਾਰੇ, ਇੱਕ CBDT ਦਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦਾ ਸੈੱਲ ਬਣਾ ਦਿੱਤਾ, ਇੱਕ ਮੈਂਬਰ ਉਹਨਾਂ ਦਾ ਹੈਡ ਕਰੇਗਾ, ਸਿੱਧੇ ਉਹਦੇ ਕੋਲ ਜਾਓ, ਮਸਲਾ ਸੋਲਵ ਕਰਾਓ। ਇਹ ਚੰਗੀਆਂ ਗੱਲਾਂ ਨੇ, ਬਸ ਇਹਦੀ ਰੈਪਲੀਕੇਟ ਹੀ ਕਰਨੀਆਂ ਨੇ ਕਿ ਭਾਈ ਕਿਸਾਨਾਂ ਨੂੰ ਕੋਈ ਮਸਲਾ ਆ ਰਿਹਾ, ਇੱਕ ਕਮੇਟੀ ਬਣਾਤੀ ਹੈ, ਸਿੱਧਾ ਜਾਵੇ ਕਿਸਾਨ ਤੇ ਮਸਲਾ ਹੱਲ, ਕਰਜ਼ਾ ਨਹੀਂ ਦੇ ਪਾ ਰਿਹਾ, ਵਨ ਟਾਈਮ ਸੈਟਲਮੈਂਟ, ਮਸਲਾ ਹੱਲ। ਇਹ ਕਰਨਾ ਤੇ ਸਾਰਾ ਕੁਝ ਆਉਂਦਾ ਹੈ। ਸੈਂਸ ਆਫ ਕ੍ਰਾਈਸਿਸ ਨੂੰ ਕਿਵੇਂ ਅੰਡਰਲਾਈਨ ਕੀਤਾ? ਜਿਹੜਾ ਮਾਹੌਲ ਜਿਸ ਤਰ੍ਹਾਂ ਕ੍ਰੀਏਟ ਸਰਕਾਰ ਵਿੱਚ ਨਹੀਂ ਹੈ ਕਿ ਲੋਕਾਂ ਵਿੱਚ ਨਹੀਂ ਹੈ, ਮਾਹੌਲ ਜਿਸ ਤਰ੍ਹਾਂ ਕ੍ਰੀਏਟ ਕੀਤਾ ਜਾਂਦਾ ਹੈ ਉਹਦੇ ਵਾਸਤੇ ਰਿਸਪੌਂਸਿਬਿਲਿਟੀ ਕਿਤੇ ਸਾਡਾ ਵੀ ਯੋਗਦਾਨ ਉੱਚ ਹੁੰਦਾ ਹੈ। ਹਾਂ, ਵੀ ਆਰ ਰਿਸਪੌਂਸਿਬਲ, ਬਿਲਕੁਲ ਅਸੀਂ ਵੀ ਰਿਸਪੌਂਸਿਬਲ ਹੈਗੇ, ਕਿਉਂਕਿ ਦੇਖੋ ਜਿਸ ਟਾਈਮ ਇੱਕ ਰਿਪੋਰਟ ਛਪੀ ਸੀਗੀ ਕਿ 45 ਲੱਖ ਕਰੋੜ ਰੁਪਏ ਕਿਸਾਨਾਂ ਦਾ ਨੁਕਸਾਨ ਹੁੰਦਾ ਹੈਗਾ 16-17 ਸਾਲਾਂ ਵਿੱਚ, ਉਸ ਸਮੇਂ ਹਾਹਾਕਾਰ ਨਹੀਂ ਮਚਿਆ ਨਾ। ਕਿਸਾਨ ਤਾਂ ਜਾਗਰੂਕ ਨਹੀਂ ਹੋਣਗੇ, ਪਰ ਉਹਨਾਂ ਦੇ ਨੇਤਾ ਤੇ ਜਾਣਦੇ ਸੀਗੇ, ਜਿਹੜੇ ਪੋਲੀਟੀਕਲ ਪਾਰਟੀਆਂ ਰਿਪਰੈਜ਼ੈਂਟ ਕਰਦੇ ਉਹ ਵੀ ਜਾਣਦੇ ਸੀਗੇ। ਕਿਤੇ ਦੇਸ਼ ਵਿੱਚ ਡਿਸਕਸ਼ਨ ਨਹੀਂ ਹੋਇਆ, ਪੱਤਰਕਾਰਾਂ ਨੇ ਕਿਤੇ ਉਹਦੇ ਉੱਪਰ ਐਡੀਟੋਰੀਅਲ ਨੇ ਲਿਖ ਮਾਰੇ, ਕਿਤੇ ਟੀਵੀ ਤੇ ਡਿਸਕਸ਼ਨ ਨਹੀਂ ਹੁੰਦਾ ਹੈਗਾ। ਕਿਹਨੂੰ ਬਲੇਮ ਕਰੋਗੇ? ਜਦ ਸਿਰਫ ਕ੍ਰਾਈਸਿਸ ਆਉਂਦਾ ਹੈਗਾ ਕਿ ਜਦ ਕਾਰਪੋਰੇਟ ਦੇ ਉੱਪਰ ਕੁਝ ਥੋੜਾ ਜਿਹਾ ਕ੍ਰਾਈਸਿਸ ਆ ਜਾਏ, ਇਕਨੋਮਿਕ ਸਟਿਮੂਲਸ ਪੈਕੇਜ ਜ਼ਰੂਰ ਪੈ ਜਾਏ, ਤਾਂ ਤੁਸੀਂ ਦੇਖੋ ਕਾਰਾਂ ਨਹੀਂ ਵਿਕ ਰਹੀਆਂ, ਮਕਾਨ ਨਹੀਂ ਵਿਕ ਰਹੇ, ਕੋਈ ਕਹਿੰਦਾ ਜੀ ਅੰਡਰਵੀਅਰ ਨਹੀਂ ਵਿਕ ਰਹੇ, ਕੋਈ ਕਹਿੰਦਾ ਜੀ ਬਿਸਕੁਟ ਨਹੀਂ ਵਿਕ ਰਹੇ। ਦੇਸ਼ ਵਿੱਚ ਚਰਚਾ ਹੋ ਰਹੀ ਹੈ, ਦੇਸ਼ ਵਿੱਚ ਚਰਚਾ ਹੋ ਰਹੀ ਹੈ, ਟੀਵੀ ਦੇ ਡਿਬੇਟ ਚੱਲੇ ਨੇ 5 ਰੁਪਏ ਦੇ ਬਿਸਕੁਟ ਦੇ ਪੈਕੇਟ। ਲੇਕਿਨ ਅਗਰ ਆਪਾਂ ਇਸ, ਕਿਉਂਕਿ ਉਹ ਵੀ ਸੋਚਦੇ ਕਿ ਸਾਨੂੰ ਕੋਈ ਇਹ ਜਿਹਾ ਟੌਪਿਕ ਮਿਲੇ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇੱਕ ਜਿਹੜਾ ਸੈਂਸਿਟੀਵਿਟੀ ਜੋ ਹੋਰ ਪੈਦਾ ਕਰ ਸਕੀਏ। ਲੇਕਿਨ ਅਗਰ ਅਸੀਂ ਇਹ ਸਾਰਾ ਇਕਨੋਮਿਕ ਕ੍ਰਾਈਸਿਸ ਦੇਖੀਏ ਜਿਹਦੀ ਗੱਲ ਅਸੀਂ ਕਰ ਰਹੇ ਹਾਂ, ਕਿਤੇ ਡਿਬੇਟ ਨਹੀਂ ਹੋ ਰਹੀ ਹੈ ਕਿ ਇਹ ਇਕਨੋਮਿਕ ਕ੍ਰਾਈਸਿਸ ਆਇਆ ਕਿਸ ਤਰ੍ਹਾਂ ਹੈਗਾ। ਮੇਰਾ ਇਹ ਮੰਨਣਾ ਹੈਗਾ, ਔਰ ਮੈਂ ਕਈ ਜਗ੍ਹਾ ਕਿਹਾ ਹੈ, ਕਿ ਤੁਸੀਂ ਦੇਖੋ ਜਿਸ ਚੀਜ਼ ਨੂੰ ਅਸੀਂ ਅੱਜ ਬਲੇਮ ਕਰ ਰਹੇ ਹਾਂ ਇਕਨੋਮਿਕ ਸਲੋ ਡਾਊਨ, ਐਕਚੁਅਲੀ ਦੇ ਆਰ ਰਿਸਪੌਂਸਿਬਲ ਫॉर ਦੀ ਸਲੋ ਡਾਊਨ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਣਾ ਚਾਹਾਂਗਾ। ਇਹ ਇੱਕ ਬਲੈਕ ਹੋਲ ਹੈ, ਇੱਕ ਓਜ਼ੋਨ ਦਾ ਬਲੈਕ ਹੋਲ ਹੈ, ਇੱਕ ਸਾਡਾ ਅਸਲੀ ਬਲੈਕ ਹੋਲ ਹੈ ਜਿਹੜਾ ਸਾਡਾ ਸਕ ਇਨ ਕਰਦਾ ਹੈ। ਉਹ ਉਸ ਬਲੈਕ ਹੋਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਈਲ ਕਮ ਟੂ ਦੈਟ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਮੈਂ ਇਹਨੂੰ ਡਿਟੇਲ ਸਮਝਣਾ ਚਾਹੁੰਦਾ। ਇਨਫੈਕਟ ਪਾਰਕ ਦੈਟ ਥਾਟ, ਕਿਉਂਕਿ ਥ੍ਰੈਡ ਮੈਂ ਲੂਜ਼ ਨਹੀਂ ਕਰਨਾ ਚਾਹੁੰਦਾ। ਤੇ ਇਹ ਵੀ ਜਿਹੜਾ ਤੁਸੀਂ ਕਿਹਾ ਕਸੂਰ ਕਿਸ ਦਾ ਹੈ, ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਇਹ ਕਿਸੇ ਹੱਦ ਤੱਕ ਕਿਸਾਨਾਂ ਦਾ ਕਸੂਰ ਨਹੀਂ ਹੈ, ਉਹਨਾਂ ਦੀ ਲੌਬਿੰਗ ਦੇ ਵਿੱਚ। ਮੈਂ ਲੌਬਿੰਗ ਦੀ ਗੱਲ ਕੀਤੀ ਹੈ। ਹਾਂ, ਉਹਨਾਂ ਦੀ ਲੌਬਿੰਗ ਦੇ ਵਿੱਚ ਵੀ ਤਾਂ ਕਮੀ ਹੈ। ਮਤਲਬ ਮੈਂ ਜਿਸ ਵੇਲੇ ਦੇਖਦਾ ਐਸੋਚੈਮ ਨੂੰ, ਫਿੱਕੀ ਨੂੰ ਭੱਜ ਕੇ ਸਟਿਮੂਲਸ ਦੇ ਪੈਕੇਜ ਬਾਰੇ ਕਿਵੇਂ ਉਹ ਗੱਲ ਕਰਦੇ ਨੇ, ਕਿਸਾਨਾਂ ਵੱਲੋਂ ਇਹ ਗੱਲ ਕਿਸ ਨੇ ਕਰਨੀ ਸੀ, ਉੱਥੇ ਲੜਾਈ ਕਿਸ ਨੇ ਲੜਨੀ ਸੀ, ਇਹਦੇ ਤੇ ਚਰਚਾ ਜਾਰੀ ਰੱਖਾਂਗੇ। ਤੇ ਥੋੜੇ ਦੇਰ ਹੋਰ ਜੁੜੇ ਰਹਿਣਾ, ਕਸ਼ਮੀਰ ਤੇ ਚਿਦੰਬਰਮ ਬਾਰੇ ਤੇ ਗੱਲ ਹੋਣੀ ਹੈ, ਕਿਸਾਨ ਬਾਰੇ ਥੋੜੀ ਦੇਰ ਹੋਰ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਦਰਅਸਲ ਉਹਦੇ ਬਾਰੇ ਜਿਹਦੇ ਬਾਰੇ ਚਰਚਾ ਕਰ ਨਹੀਂ ਕੋਈ ਰਿਹਾ,
ਅਸੀਂ ਵੀ ਨਹੀਂ ਸੀ ਕਰ ਰਹੇ, ਕਿਉਂਕਿ ਭਾਈ ਕਸ਼ਮੀਰ ਤੇ ਚਿਦੰਬਰਮ ਤਾਂ ਡਾਇਨਾਮਾਈਟ ਮੁੱਦੇ ਨੇ, ਤੇ ਕਿਸਾਨ ਜਿਹੜਾ ਹੈ ਇਹ ਤੇ ਇੱਕ ਲੰਬੇ ਸਮੇਂ ਤੋਂ ਚੱਲਦਾ ਹੀ ਆ ਰਿਹਾ। ਜਿਵੇਂ ਦਾਜ ਦੀ ਪ੍ਰਥਾ ਦੇ ਡਿਬੇਟ ਹੁੰਦੇ, ਇਸ ਤਰ੍ਹਾਂ ਹੀ ਕਿਸਾਨ ਬਾਰੇ ਹੁੰਦੇ ਨੇ। ਖਾਣਾ ਪੂਰੀ ਹੁੰਦੀ ਹੈ, ਪਰ ਕਦੀ ਕਦੀ ਇਹ ਚਰਚਾ ਇਸ ਲਈ ਕਰਨੀ ਚਾਹੀਦੀ ਹੈ ਕਿਉਂਕਿ ਖੇਤਾਂ ਵਿੱਚ ਹਾਲਾਤ ਨਹੀਂ ਬਦਲ ਰਹੇ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਦਵਿੰਦਰ ਸ਼ਰਮਾ ਜੀ, ਜਿਹੜੇ ਐਕਸਪਰਟ ਨੇ ਕਿਸਾਨਾਂ ਦੇ, ਕਿਰਸਾਨੀ ਦੇ, ਉਹਨਾਂ ਦੀਆਂ ਜ਼ਿੰਦਗੀਆਂ ਦੇ, ਤੇ ਫਿਰ ਡਿਵੈਲਪਮੈਂਟ ਪੈਟਰਨਸ ਦੇ, ਜਿਹਦੇ ਵਿੱਚ ਡਿਸਾਈਡ ਹੁੰਦਾ ਕਿ ਸਾਡਾ ਤੇ ਕਿਸਾਨ ਦਾ ਰਿਸ਼ਤਾ ਆਪਸ ਵਿੱਚ ਕੀ ਬਣ ਰਿਹਾ। ਦਵਿੰਦਰ ਸ਼ਰਮਾ ਜੀ, ਜਿਸ ਵੇਲੇ ਜਿਹਨੂੰ ਕਹਿੰਦੇ ਨਾ ਉਹ ਇੰਡੀਆ ਇਨਕਾਰਪੋਰੇਟ, ਉਹ ਖੜਾ ਹੋ ਜਾਂਦਾ ਭਾਈ, ਇੱਥੇ ਵੱਡੇ ਵੱਡੇ ਕਾਰਪੋਰੇਟਸ ਦੇ ਲੋਕ ਖੜੇ ਹੁੰਦੇ ਨੇ। ਉਹਨਾਂ ਨੇ ਮੀਟਿੰਗ ਕੀਤੀ, ਇਹ ਇਸੇ ਹਫਤੇ ਦੀ ਗੱਲ ਹੈ। ਐਸਓਚਐਮ ਦੇ ਪ੍ਰੈਜ਼ੀਡੈਂਟ BK ਗੋਇਨਕਾ ਨੇ ਕਿਹਾ ਜੇ ਦੇਸ਼ ਦੀ ਇਕਨੋਮੀ ਬਚਾਉਣੀ ਹੈ ਨਾ, 1 ਲੱਖ ਕਰੋੜ ਦਾ ਸਟਿਮੂਲਸ ਚਾਹੀਦਾ ਸਾਨੂੰ, 1 ਲੱਖ ਕਰੋੜ ਰੁਪਇਆ ਸਰਕਾਰ ਦਾ, ਵਿਚ ਮੀਨਸ ਟੈਕਸ ਪੇਅਰ ਦਾ, ਵਿਚ ਮੀਨਸ ਤੁਹਾਡਾ ਮੇਰਾ, ਦੈਟ ਮੀਨਸ ਉਹ ਜਿਹੜਾ ਕਿਸਾਨਾਂ ਨੂੰ ਦੇਣਾ ਸੀ ਉਹ ਸਾਨੂੰ ਦੇ ਦਿਓ ਤਾਂ ਇਕਨੋਮੀ ਬਚਣੀ ਜੇ। CII ਦੇ ਰਿਪਰੈਜ਼ੈਂਟੇਟਿਵ ਉੱਥੇ, ਸੱਜਣ ਜਿੰਦਲ ਉੱਥੇ JSW ਗਰੁੱਪ ਦੇ, SBI ਦੇ ਚੇਅਰਮੈਨ ਰਜਨੀਸ਼ ਕੁਮਾਰ ਜੀ ਉੱਥੇ, ਉਹਨਾਂ ਸਾਰਿਆਂ ਨੇ ਕਿਹਾ ਬਿਲਕੁਲ ਜੀ ਠੀਕ ਕਹਿ ਰਹੇ ਨੇ, ਟਾਟਾ ਸਟੀਲ, L&T, KEC ਇੰਟਰਨੈਸ਼ਨਲ ਸਾਰੇ ਠੀਕ ਕਹਿ ਰਹੇ ਨੇ, 1 ਲੱਖ ਕਰੋੜ ਰੁਪਇਆ ਦੇਣਾ ਪੈਣਾ। ਤੇ ਅਗਲੇ ਦਿਨ ਮੀਟਿੰਗਾਂ ਸਟਾਰਟ ਹੋ ਜਾਂਦੀਆਂ ਨੇ। ਉਸੇ ਵੇਲੇ ਫਾਈਨੈਂਸ ਮਿਨਿਸਟਰ ਜਿਹੜੇ ਨੇ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੂੰ ਬੁਲਾ ਲੈਂਦੇ ਨੇ। ਨਾਓ ਟੈਲ ਮੀ, ਕਿਸਾਨ ਲਈ ਪੈਸਾ ਕਿਸ ਨੇ ਜਾ ਕੇ ਮੰਗਣਾ ਸੀ, ਇਹ ਰੋਲਾ ਕਿਸ ਨੇ ਪਾਣਾ ਸੀ? ਮੈਂ ਕੋਟ ਫਤਿਹ ਵਾਲਾ ਪਿੰਡ ਤੋਂ ਨਹੀਂ ਉਮੀਦ ਕਰਦਾ ਕਿ ਭਾਈ ਸਰਾਜ ਸਿੰਘ ਨੇ ਜਾ ਕੇ ਰੋਲਾ ਪਾਣਾ ਸੀ। ਕਿਸ ਨੇ ਇਹ ਕਰਨਾ ਸੀ ਤੇ ਕਿਸ ਨੇ ਨਹੀਂ ਕੀਤਾ? ਤੁਸੀਂ ਬਿਲਕੁਲ ਠੀਕ ਕਿਹਾ ਕਿ ਜੋ ਜਿਸ ਤਰੀਕੇ ਨਾਲ ਇੰਡਸਟਰੀਅਲ ਲੌਬੀਜ਼ ਨੇ ਕੰਮ ਕੀਤਾ ਹੈ, ਇੱਕ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਹੈ, ਇੱਕ ਤਰ੍ਹਾਂ ਡਰ ਪੈਦਾ ਕੀਤਾ ਹੈ ਕਿ ਅਗਰ ਕੁਝ ਨਹੀਂ ਕੀਤਾ ਤਾਂ ਸਭ ਕੁਝ ਕ੍ਰੈਸ਼ ਵਿਦਿਨ ਡੇਜ਼ ਹੋ ਜਾਏਗਾ। ਲੇਕਿਨ ਸਭ ਤੋਂ ਬੜੀ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈ ਕਿ ਇਹ ਸਾਰੇ ਜਿੰਨੇ ਬਾਈ ਐਂਡ ਲਾਰਜ ਲੌਬੀਜ਼ ਹੈਗੀਆਂ, ਦੇ ਆਰ ਸਿਟਿੰਗ ਓਵਰ ਹੋਲ ਲੋਟ ਆਫ ਕੈਸ਼। ਆਪਣੇ ਪੈਸੇ ਦੇ ਢੇਰ ਪਏ ਨੇ, ਪੈਸੇ ਢੇਰ ਉੱਪਰ ਬੈਠੇ ਹੋਏ ਹੈਗੇ, ਇਨਵੈਸਟ ਨਹੀਂ ਕਰਨਾ ਚਾਹੁੰਦੇ। ਇਨਵੈਸਟ ਕੌਣ ਕਰੇ? ਵੀ ਫੰਡਸ ਇੰਨੇ ਨਹੀਂ ਹੈਗੇ। ਇਨਵੈਸਟ ਕੌਣ ਕਰੇ? ਸਰਕਾਰ ਕਰੇ। ਦੇਖੋ ਸੀ ਜੇ ਅਸੀਂ 에ਅਰ ਇੰਡੀਆ ਨੂੰ ਬੇਲ ਆਊਟ ਕਰ ਦਈਏ ਕਿ ਨੁਕਸਾਨ ਵਿੱਚ ਜਾਂਦੀ ਹੈ ਤਾਂ ਕਹਿੰਦੇ ਆ ਕਿ ਵੀ ਪ੍ਰਾਈਵੇਟਾਈਜ਼ ਕਰੋ ਇਹਨੂੰ। ਲੇਕਿਨ ਹੁਣ ਉਹੀ ਰਾਈਟਰਸ, ਉਹੀ ਇਕਨੋਮਿਕ ਰਾਈਟਰਸ ਕਹਿ ਰਹੇ ਹੈ ਕਿ ਸਭ ਤੁਸੀਂ ਕੰਪਨੀਆਂ ਨੂੰ 1 ਲੱਖ ਕਰੋੜ ਰੁਪਏ ਦਾ ਬੇਲ ਆਊਟ ਪੈਕੇਜ ਦਿਓ। ਕਿਸੇ ਨੇ ਨਹੀਂ ਕਿਹਾ ਕਿ ਇਹਨਾਂ ਨੂੰ ਨੈਸ਼ਨਲਾਈਜ਼ ਕਰੋ ਕੰਪਨੀਆਂ ਨੂੰ। ਉੱਥੇ ਤੱਕ ਨੈਸ਼ਨਲ ਕੰਪਨੀ ਸੀਗੀ, ਨੈਸ਼ਨਲਾਈਜ਼ ਉਹਨੂੰ ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟਾਈਜ਼ ਕਰੋ। ਜਿਹੜੀ ਪ੍ਰਾਈਵੇਟ ਕੰਪਨੀਆਂ ਤੁਸੀਂ ਜਾਣਾ ਚਾਹੁੰਦੇ ਹੋ, ਯੂ ਡੋਂਟ ਵਾਂਟ ਟੂ ਰਿਲੇਟ ਦੈਮ ਵਿਦ 에ਅਰ ਇੰਡੀਆ, ਤੁਸੀਂ ਉੱਥੇ ਕਹਿੰਦੇ ਹੋ ਕਿ ਇਹਦਾ ਕੰਟਰੀ ਦੀ ਇਕਨੋਮੀ ਵਾਸਤੇ ਹੋਰ ਕੋਈ ਸਾਡੇ ਕੋਲ ਸੋਲੂਸ਼ਨ ਨਹੀਂ ਹੈ। ਇੱਕ ਅਖਬਾਰ ਦੀ ਹੈਡਲਾਈਨ ਸੁਣੋ, ਉਹ ਕਹਿੰਦਾ ਹੈ ਕਿਉਂਕਿ ਇਕਨੋਮਿਕ ਸਟਿਮੂਲਸ ਪੈਕੇਜ ਦੀ ਗੁੰਜਾਇਸ਼ ਘੱਟ ਹੋ ਗਈ ਹੈ ਤਾਂ ਸਟਾਕ ਮਾਰਕੀਟ ਜਿਹੜੀ ਹੈਗੀ ਗਿਰ ਗਈ ਹੈਗੀ ਹੈ। ਬਿਲਡ ਅਪ ਮਾਹੌਲ ਦੇਖੋ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਹੈਗਾ। ਅਗਰ ਜੇ 1 ਲੱਖ ਕਰੋੜ ਰੁਪਏ ਆਏਗਾ, ਸ਼ੇਅਰ ਗਿਰ ਜਾਣਗੇ, ਨੌਕਰੀਆਂ ਚਲੀਆਂ ਜਾਣਗੀਆਂ, ਕੰਪਨੀਆਂ ਬੰਦ ਹੋ ਜਾਣਗੀਆਂ, ਪਾਰਲੇ ਦੇ ਬਿਸਕੁਟ ਨਹੀਂ ਵਿਕਣਗੇ। ਬਿਲਕੁਲ ਠੀਕ ਹੈ। 1 ਲੱਖ ਕਰੋੜ ਰੁਪਏ ਆਏਗਾ, ਉਹ ਕਿਹਦੇ ਕੋਲ ਜਾਏਗਾ? ਜਿਨ੍ਹਾਂ ਦੇ ਸਟਾਕਸ ਪੈਸਾ ਲੱਗਿਆ ਹੈਗਾ। ਤੁਸੀਂ ਦੇਖੋ ਦੈਟ ਇਜ਼ ਹਾਊ ਮੈਂ ਕਹਿੰਦਾ ਕਿ ਬਾਟਮ ਤੋਂ ਪੈਸਾ ਸਕ ਕਰਕੇ ਅਸੀਂ ਉੱਪਰ ਲੈ ਕੇ ਜਾਂਦੇ ਹਾਂ। ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਪੈਸਾ ਲਿਆਣਾ ਹੈ। ਕਿਸਾਨ ਨੂੰ ਇਹ ਕਿਸਨੇ ਦੱਸਣਾ? ਦੇਖੋ ਕਿਸਾਨ ਨੂੰ ਮੈਂ ਨਹੀਂ ਦੋਸ਼ੀ। CII ਕਿੱਥੇ ਹੈ ਕਿਸਾਨਾਂ ਦੀ? ਮੈਂ ਕਿਸਾਨਾਂ ਨੂੰ ਦੋਸ਼ੀ ਨਹੀਂ ਮੰਨ ਸਕਦਾ। ਉਹਨਾਂ ਨੂੰ ਇਹ ਸਮਝਣ ਵਾਸਤੇ ਬਹੁਤ ਪ੍ਰਯਤਨ ਕਰਨਾ ਪਏਗਾ ਕਿ ਲੈਵਲ ਅਚੀਵ ਕਰਨਾ ਪਏਗਾ। ਲੇਕਿਨ ਕਿਸਾਨਾਂ ਦੀ ਵੀ ਤਾਂ ਲੌਬੀਜ਼ ਹੈਗੀਆਂ। ਅੱਜ ਇੰਨੇ ਸਾਰੇ ਸੰਗਠਨ ਹੈ, ਕੋਈ ਕਹਿੰਦਾ ਮੇਰੇ 400 ਸੰਗਠਨ ਹੈ, ਮੈਂ ਇੰਨੇ ਗਰੁੱਪ ਦਾ ਲੀਡਰ ਹੈਗਾ, ਕੋਈ ਹੋਰ ਅਲੱਗ-ਅਲੱਗ ਯੂਨੀਅਨਸ ਹੈਗੀਆਂ, ਪੋਲੀਟੀਕਲ ਪਾਰਟੀਜ਼ ਵੀ ਆਪਣੇ ਸਭ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਹੈਗੇ। ਅੱਛਾ, ਫਿਰ ਤੁਸੀਂ ਦੇਖੋ ਜਿਹੜੇ ਇਕਨੋਮਿਸਟ ਹੈਗੇ ਆ, ਇੱਕ ਵੀ ਇਕਨੋਮਿਸਟ ਜਿਹੜਾ ਹੈਗਾ ਦੇਸ਼ ਦਾ, ਅਗਰ ਉਹ ਐਗਰੀਕਲਚਰ ਬਾਰੇ ਗੱਲ ਨਹੀਂ ਕਰਦਾ, ਐਗਰੀਕਲਚਰ ਕ੍ਰਾਈਸਿਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਜਿਸ ਟਾਈਮ ਤੇ ਸਲੋ ਡਾਊਨ ਦੀ ਗੱਲ ਕਰ ਰਿਹਾ। ਮੈਂ ਜਿਸ ਵੇਲੇ ਅਸ਼ੋਕ ਗੁਲਾਟੀਆਂ ਨੂੰ ਬੋਲਦਿਆਂ ਵੀ ਦੇਖਦਾ ਉਹ ਤਾਂ ਕਹਿੰਦੇ ਬਸ ਐਗਰੀ ਮਾਰਕੀਟਸ ਠੀਕ ਕਰੋ। ਮੈਂ ਉਹੀ ਕਹਿ ਰਿਹਾ ਕਿ ਇਹਦਾ ਮਤਲਬ ਕਿ ਸਾਫ਼ ਹੈ ਕਿ ਵੀ ਆਰ ਐਕਚੁਅਲੀ ਨਾਟ ਵਰਕਿੰਗ ਫॉर ਐਗਰੀਕਲਚਰ ਜਾਂ ਫॉर ਦੀ ਪੀਪਲ ਆਫ ਇੰਡੀਆ। ਅਸੀਂ ਸਿਰਫ ਇੱਕ ਲੌਬੀ ਵਾਸਤੇ ਐਫਰਟ ਸਾਡਾ ਉਸ ਤਰਫ ਜਾਂਦਾ ਹੈ। ਹੁਣ ਜੋ ਤੁਹਾਡੀ ਪਹਿਲੇ ਮੇਨ ਸਵਾਲ ਜਿਹੜਾ ਤੁਹਾਡਾ ਸੀਗਾ ਕਿ ਬਈ ਇਹ ਜਿਹੜਾ ਕ੍ਰਾਈਸਿਸ ਹੋਇਆ ਕਿਸ ਤਰ੍ਹਾਂ ਹੋ ਗਿਆ, ਇਹਨੂੰ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਹੈ ਔਰ ਇਹ ਕਿਸਾਨ ਭਰਾਵਾਂ ਨੂੰ ਵੀ ਸਮਝਣ ਦੀ ਬਹੁਤ ਜ਼ਰੂਰਤ ਹੈਗੀ ਹੈ। ਤੁਸੀਂ ਦੇਖੋ ਭਰਾਵਾਂ, ਕਿਸਾਨ ਭੈਣਾਂ ਨੂੰ ਵੀ ਹਿੰਦੁਸਤਾਨ ਦਾ ਅਨਾਜ ਤੇ ਔਰਤਾਂ ਤੇ ਦਲਿਤ ਪੈਦਾ ਕਰ ਰਹੇ ਨੇ। ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ 2007 ਤੋਂ ਲੈ ਕੇ 2000 ਅੱਜ ਅਸੀਂ 19 ਚ ਹੈਗੇ ਹਾਂ, ਯਾਨੀ 12 ਸਾਲ ਵਿੱਚ ਬੈਂਕਾਂ ਨੇ 8.5 ਲੱਖ ਕਰੋੜ ਰੁਪਏ ਦੇ ਆਸ-ਪਾਸ ਰਾਈਟ ਆਫ ਕੀਤਾ ਹੈ ਕਾਰਪੋਰੇਟਸ ਦਾ। 8.5 ਲੱਖ ਕਰੋੜ ਰੁਪਏ ਮਾਫ ਕਰਤਾ, ਰਾਈਟ ਆਫ ਕੀਤਾ ਜਿਹਨੂੰ ਕਹਿੰਦੇ। ਉਹਦੇ ਇਲਾਵਾ ਅੱਜ 2019 ਚ ਹੈਗੇ ਆ, ਅੱਜ 17 ਲੱਖ ਕਰੋੜ ਰੁਪਇਆ ਹੋਰ ਖੜਾ, ਜਿਹਨੂੰ ਸਟ੍ਰੈਸ ਲੋਨ ਕਹਿੰਦੇ ਆ। ਬੈਂਕਾਂ ਦਾ 17 ਲੱਖ ਕਰੋੜ ਰੁਪਏ ਖੜਾ ਹੈ, ਜਿਹਦੇ ਵਿੱਚੋਂ 13-14 ਲੱਖ ਕਰੋੜ ਰੁਪਏ ਸਭ ਮੰਨਦੇ ਕਿ ਨਹੀਂ ਵਾਪਿਸ ਆਏਗਾ, ਲੀਕ ਮਾਰ ਦੇਣੀ ਹੈ, ਲੀਕ ਮਰ ਜਾਏਗੀ। 17 ਲੱਖ ਪਲੱਸ ਤੁਸੀਂ ਦੇਖਿਆ 8.5 ਲੱਖ ਕਰੋੜ ਰੁਪਏ ਹੋ ਗਿਆ। ਉਹਦੇ ਇਲਾਵਾ ਤੁਸੀਂ ਦੇਖੋ ਕਿ 2004-2005 ਤੋਂ ਹਰ ਸਾਲ ਅਸੀਂ ਕਾਰਪੋਰੇਟਸ ਨੂੰ ਟੈਕਸ ਐਗਜ਼ੈਂਪਸ਼ਨ ਦਿੰਦੇ ਹਾਂ। ਮੇਰਾ ਮੰਨਣਾ ਹੈ ਕਿ ਤਕਰੀਬਨ 50 ਲੱਖ ਕਰੋੜ ਰੁਪਏ ਤੋਂ ਉੱਪਰ ਟੈਕਸ ਐਗਜ਼ੈਂਪਸ਼ਨ ਅਸੀਂ ਦੇ ਚੁੱਕੇ ਹਾਂ। ਨੀਤੀ ਆਯੋਗ ਦੇ ਹੀ ਇੱਕ ਵਾਈਸ ਚੇਅਰਮੈਨ ਨੇ ਕਿਹਾ ਸੀਗਾ ਕਿ ਹਰ ਸਾਲ 5% ਆਫ GDP ਟੈਕਸ ਕੰਸੈਸ਼ਨ ਵਿੱਚ ਜਾਂਦਾ ਹੈ। 5% ਆਫ GDP ਇਹ ਤੁਸੀਂ ਮਿਲਾ ਲਓ,
ਹਾਂਜੀ ਤੁਸੀਂ ਦੇਖੋਗੇ ਕਿ ਇਹ ਬਲੈਕ ਹੋਲ ਵਿੱਚ ਪੈਸਾ ਕਿੱਥੇ ਗਿਆ। ਐਕਸਪੈਕਟਡ ਸੀਗਾ ਕਿ ਸਾਰਾ ਪੈਸਾ ਤਾਂ ਟੈਕਸ ਕੰਸੈਸ਼ਨ ਦਿੱਤੇ ਜਾ ਰਹੇ ਜਾਂ ਬਾਕੀ ਕੰਸੈਸ਼ਨ ਦਿੱਤੇ ਜਾ ਰਹੇ ਤਾਂ ਕਿ ਇੰਡਸਟਰੀਅਲ ਆਊਟਪੁੱਟ बढ़ेगा, एक्सपोर्ट बढ़ेंगे, जॉब्स क्रिएट होएगा, जॉब्स एक्सपोर्ट बढ़ेंगे, कुछ नहीं होया। पैसा किथे गया? मनी सेव्ड इज मनी अर्नड। एक कहावत है ना कि जो पैसा तुसी बचाया हैगा नहीं दिता ਜਿਹੜਾ ਸਰਕਾਰ ਨੂੰ ਦੇਣਾ ਸੀਗਾ, ਇਟ ਹੈਜ਼ ਗੋਨ ਇਨਟੂ ਯੋਰ ਪਾਕਟ। ਇੱਕ ਮਿੰਟ ਹੋ ਛੱਡ ਜਾਓ, ਤੁਸੀਂ ਦੇਖੋ ਕਿ ਹੁਣ ਇਕਨੋਮਿਕ ਸਟਿਮੂਲਸ ਮੰਗਿਆ ਜਾ ਰਿਹਾ 1 ਲੱਖ ਕਰੋੜ ਰੁਪਏ ਦਾ। ਇਹ ਦੇਸ਼ ਨੂੰ ਬਹੁਤ ਘੱਟ ਪਤਾ ਹੈਗਾ ਕਿ 2008-2009 ਤੋਂ ਜਦ ਇਕਨੋਮਿਕ ਮੈਲਟਡਾਊਨ ਗਲੋਬਲੀ ਹੋਇਆ ਸੀਗਾ, ਉਸ ਤੋਂ ਲੈ ਕੇ ਅੱਜ ਤੱਕ ਇੱਕ ਇਕਨੋਮਿਕ ਸਟਿਮੂਲਸ ਪੈਕੇਜ ਕਾਰਪੋਰੇਸ਼ਨ ਨੂੰ ਜਾ ਰਿਹਾ। ਹਰ ਸਾਲ 1.8 ਲੱਖ ਕਰੋੜ ਰੁਪਏ ਜਿਹੜਾ ਹੈਗਾ ਉਹ ਇਕਨੋਮਿਕ ਪੈਕੇਜ ਜਾ ਰਿਹਾ ਹਰ ਸਾਲ। ਅਜੀ ਇਹ ਮਤਲਬ 10 ਸਾਲਾਂ ਵਿੱਚ 2009 ਤੋਂ ਲੈ ਕੇ 2019 ਤੱਕ 18 ਲੱਖ ਕਰੋੜ ਰੁਪਏ ਇਹਨਾਂ ਨੂੰ ਸਟਿਮੂਲਸ ਪੈਕੇਜ ਮਿਲ ਚੁੱਕਾ ਹੈ। ਉਹਦੇ ਬਾਵਜੂਦ ਫਿਰ 1 ਲੱਖ ਕਰੋੜ ਰੁਪਏ ਮੰਗ ਰਹੇ ਹੈਗੇ। ਸ਼ੁੱਕਰਵਾਰ ਨੂੰ 70,000 ਕਰੋੜ ਚਲਾ ਗਿਆ ਪੀਐਸਬੀ ਸਰ। ਇੱਕ ਇੰਟਰਸਟਿੰਗ ਕਰੋੜ ਚਲਾ ਗਿਆ ਹਾਊਸਿੰਗ ਫੰਡ। ਹੋਰ ਮੈਂ ਦੱਸਣਾ ਚਾਹੁੰਦਾ ਇੱਕ ਡਾਟਾ ਬੜਾ ਇੰਪੋਰਟੈਂਟ ਹੈ। ਸਾਡੇ ਦੇਸ਼ ਦੇ ਇੱਕ ਇਕਨੋਮਿਸਟ ਨੇ ਕਿਹਾ ਸੀਗਾ ਕਿ ਜਦੋਂ ਐਲਪੀਜੀ ਦੀ ਗੈਸ ਜਿਹੜੇ ਸਿਲੰਡਰ ਮਿਲਦੇ ਸੀ ਘਰਾਂ 'ਚ, ਤੁਹਾਨੂੰ ਯਾਦ ਹੋਏਗਾ ਜਦ 9 ਜਾਂ 10 ਮਿਲਦੇ ਸੀਗੇ, ਕਿ ਇਹ ਅਗਰ ਸਾਰੇ ਬੰਦ ਕਰ ਦਿਓ ਤਾਂ 48,000 ਕਰੋੜ ਰੁਪਏ ਦੀ ਸੇਵਿੰਗ ਹੁੰਦੀ ਹੈ, ਜਿਹਦੇ ਨਾਲ 1 ਸਾਲ ਦੀ ਗਰੀਬੀ ਮਿਟਦੀ ਹੈ। ਜੇ ਅਸੀਂ 10 ਸਾਲਾਂ ਵਿੱਚ 18 ਲੱਖ ਕਰੋੜ ਰੁਪਏ ਹੀ ਕਬੂਲ ਕਰ ਲਿਆ ਹੁੰਦਾ ਔਰ ਗਰੀਬੀ ਵਿੱਚ ਲਗਾਇਆ ਹੁੰਦਾ ਤਾਂ ਸਾਡੀ 36 ਸਾਲ ਦੀ ਗਰੀਬੀ ਮਿਟਦੀ ਸੀਗੀ। ਤੁਸੀਂ ਦੇਖੋ ਸੀ। ਔਰ ਅਸੀਂ ਇਹ ਫਿਰ ਵੀ ਕਰ ਰਹੇ ਕਿ ਨਹੀਂ, ਇਕਨੋਮਿਕ ਸਟਿਮੂਲਸ ਜਿਹੜਾ ਹੈਗਾ ਉਹ ਕਾਰਪੋਰੇਟ ਕੋਲ ਜਾਣਾ ਚਾਹੀਏ। ਮੇਰਾ ਮੰਨਣਾ ਹੈ ਅੱਜ ਕ੍ਰਾਈਸਿਸ ਐਸਪੀਜੀ ਕ੍ਰਾਈਸਿਸ ਹੈਗਾ ਕਿ ਦੇਸ਼ ਵਿੱਚ ਡਿਮਾਂਡ ਨਹੀਂ ਹੈ, ਡਿਮਾਂਡ ਨਹੀਂ ਹੈ, ਕੰਜ਼ੰਪਸ਼ਨ ਨਹੀਂ ਹੈ। ਉਹ ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਰੂਰਲ ਸੈਕਟਰ ਹੈਗਾ ਉਹ ਬਿਲਕੁਲ ਤਹਿਸ ਨਹਿਸ ਹੋ ਚੁੱਕਿਆ। ਜੋ ਡਿਮਾਂਡ ਨਹੀਂ ਹੈ ਤੱਕ ਤੁਹਾਡੀ ਤੇ ਉਹਨਾਂ ਦੀ ਲੈਂਗੁਏਜ ਸੇਮ ਹੈ, ਕਿਉਂਕਿ ਇਹ ਗੱਲ ਤਾਂ ਉਹ ਵੀ ਕਹਿੰਦੇ ਨੇ, ਇਹ ਤਾਂ ਨੀਤੀ ਆਯੋਗ ਦੇ ਚੇਅਰਮੈਨ ਵੀ ਕਹਿੰਦੇ ਨੇ, ਫਾਈਨੈਂਸ ਮਿਨਿਸਟਰ ਵੀ ਕਹਿ ਰਹੇ ਨੇ ਡਿਮਾਂਡ ਨਹੀਂ ਹੈ। ਸੋਲੂਸ਼ਨ ਇਹ ਹੈ ਕਿ ਡਿਮਾਂਡ ਕ੍ਰੀਏਟ ਕਰਨੀ ਹੈ। ਸੋਲੂਸ਼ਨ ਇਹ ਤਾਂ ਨਹੀਂ ਹੈ ਕਿ ਤੁਸੀਂ ਕਾਰਪੋਰੇਟ ਨੂੰ ਟੈਕਸ ਐਗਜ਼ੈਂਪਸ਼ਨ ਦੇ। ਡਿਮਾਂਡ ਤਾਂ ਉਹਦੇ ਨਾਲ ਨਹੀਂ ਕ੍ਰੀਏਟ ਹੋਏਗੀ ਨਾ। ਡਿਮਾਂਡ ਤਾਂ ਕ੍ਰੀਏਟ ਹੋਏਗੀ ਜੇ ਤੁਸੀਂ ਔਰ ਮੈਂ ਲੈਣ ਵਾਲੇ ਹਿੰਮਤ ਮੰਗੇ। ਟੈਰਰਿਜ਼ਮ ਹੋ ਰਿਹਾ ਸੀ, ਅਸੀਂ ਟੈਕਸ ਟੈਰਰਿਜ਼ਮ ਦੂਰ ਕਰ ਦਿੱਤਾ। ਵਜੇ ਕਿ ਮੈਨੂੰ ਇਹ ਨਹੀਂ ਪਤਾ ਵੀ ਜਦੋਂ ਕਿਸਾਨ ਦੇ ਘਰ ਬੈਂਕ ਵਾਲੇ ਜਾਂਦੇ ਨੇ ਉਹਨੂੰ ਉਹ ਟੈਕਸ ਟੈਰਰਿਜ਼ਮ ਕਹਿਣਾ ਹੈ, ਉਹਨੂੰ ਕੀ ਕਹਿਣਾ? ਉਹ ਕਿਸਾਨ ਦਾ ਭਲਾ ਕਰਨ ਜਾਂਦੇ ਨੇ, ਉਹਨੂੰ ਕੁਰਕੀ 'ਚ ਫੜਨ ਜਾਂਦੇ ਨੇ। ਉਹ ਤਾਂ ਐਗਜ਼ਿਸਟ ਨਹੀਂ ਕਰਦਾ ਨਾ। ਤੁਸੀਂ ਮੈਂ ਤੁਹਾਨੂੰ ਦੱਸਿਆ ਸਾਰੀ ਡਿਬੇਟ ਵਿੱਚ ਕਿਸਾਨ ਤੱਕ ਐਗਜ਼ਿਸਟ ਨਹੀਂ ਕਰਦਾ। ਜਿਸ ਵੇਲੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਕਿ ਅਸੀਂ ਫਾਰਮਰਸ ਦੀ ਇਨਕਮ ਡਬਲ ਕਰਨੀ ਹੈ 2022 ਤੱਕ, ਇੱਕ ਤਾਂ ਗੱਲ ਕਲੀਅਰ ਹੋ ਗਈ ਹੈ ਕਿ ਐਗਜ਼ਿਸਟਿੰਗ ਪਾਲਿਸੀਜ਼ ਨਾਲ ਉਹ ਡਬਲ ਨਹੀਂ ਕੀਤੀ ਜਾ ਸਕਦੀ। ਉਹ ਤਾਂ MOS ਫॉर ਐਗਰੀਕਲਚਰ ਵੀ ਕਹਿ ਰਹੇ ਨੇ ਤੇ ਜਿਹੜੀ ਅਸ਼ੋਕ ਦਲਵਾਈ ਕਮੇਟੀ ਇਹਦੇ ਲਈ ਸੈਟਅਪ ਕੀਤੀ ਗਈ ਕਿ ਭਾਈ ਕਿਸਾਨਾਂ ਦੀ ਇਨਕਮ ਡਬਲ ਕਿਵੇਂ ਕਰਨੀ ਹੈ, ਇੱਕ ਕਮੇਟੀ ਸਟੱਡੀ ਕਰੇਗੀ। ਅਪ੍ਰੈਲ 2016 ਵਿੱਚ ਉਹ ਕਮੇਟੀ ਬਣੀ। ਉਹਨਾਂ ਨੇ ਕਿਹਾ ਕਿ ਦੇਖੋ ਜੀ ਜੇ ਰੀਅਲ ਇਨਕਮ ਡਬਲ ਕਰਨੀ ਹੈ 2015-16 ਨੂੰ ਬੇਸ ਬਣ ਕੇ ਤਾਂ 7 ਸਾਲ ਲੱਗਣਗੇ, ਜਿਹਦਾ ਮਤਲਬ ਹੈ ਵੀ 10% 10.4% ਪਰ ਐਨਮ ਗਰੋਥ ਹੋਏਗੀ। ਹੁਣ ਉਨੀ ਗਰੋਥ ਤਾਂ ਹੋਈ ਨਹੀਂ, ਜਿੰਨੇ ਸਾਲ ਬਾਕੀ ਬਚੇ ਨੇ ਦੈਟ ਮੀਨਸ ਲਗਭਗ 14-15% ਦੀ ਗਰੋਥ ਹਰ ਸਾਲ ਹੋਏਗੀ। ਇਹ ਸੁਪਨਿਆਂ ਤੋਂ ਬਾਹਰ ਹੈ। ਫਾਈਨਲ ਰਿਪੋਰਟ ਸਤੰਬਰ 2018 ਚ ਉਸ ਕਮੇਟੀ ਦੀ ਆ ਗਈ। 14 ਵੋਲਿਊਮ ਦੀ ਰਿਪੋਰਟ ਹੈ, 3000 ਸਫ਼ਿਆਂ ਦੀ ਰਿਪੋਰਟ ਹੈ। 619 ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ ਨੇ। ਜੇ ਮੈਨੂੰ ਲੱਗਦਾ 10 ਕੁ ਦੇ ਦਿੰਦਾ ਤਾਂ ਸ਼ਾਇਦ ਕੋਈ ਮੰਨ ਲੈਂਦਾ। 619 ਉਹਨਾਂ ਨੇ ਰਿਕਮੈਂਡੇਸ਼ਨਸ ਦਿੱਤੀਆਂ ਨੇ। ਕੌਣ ਕਿਸਾਨਾਂ ਦਾ CII ਬੈਠਾ ਉਹਨੂੰ ਸਟੱਡੀ ਕਰ ਰਿਹਾ? ਕਿੱਥੇ ਆ ਕਿਸਾਨਾਂ ਦਾ SHM ਜਿਹੜਾ ਉਹ ਸਾਰੀ ਰਿਪੋਰਟ ਨੂੰ ਘੋਖ ਰਿਹਾ ਹੋਵੇ? ਕੌਣ ਲੜ ਰਿਹਾ ਉੱਥੇ ਜਾ ਕੇ ਨੀਤੀ ਆਯੋਗ ਦੇ ਚੇਅਰਮੈਨ ਦੇ ਨਾਲ, ਇਹ ਵਿੱਤ ਮੰਤਰੀ ਦੇ ਨਾਲ? ਕਿਸਾਨਾਂ ਦੇ ਕਿਹੜੇ ਰਿਪਰੈਜ਼ੈਂਟੇਟਿਵ ਨੇ ਮੀਟਿੰਗ ਕਰਨੀ ਹੈ? ਪ੍ਰਧਾਨ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਨੇ ਕਮੇਟੀ ਸੈਟਅਪ ਕੀਤੀ, ਕਮੇਟੀ ਨੇ ਰਿਪੋਰਟ ਦੇ ਦਿੱਤੀ, ਫਾਈਨਲ ਰਿਪੋਰਟ ਆ ਗਈ, ਫਾਰਮੂਲਾ ਪਿਆ ਹੋਇਆ, ਕਿਸਾਨਾਂ ਦੀ ਇਨਕਮ ਡਬਲ ਕਰਨੀ ਹੈ ਤੇ ਮੀਟਿੰਗ ਕੋਈ ਨਹੀਂ। ਕੋਈ ਕਵੇ ਨਾ ਵੀਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਰੌਲਾ ਪਵੇ ਤੇ ਸ਼ਨੀਵਾਰ ਨੂੰ ਕੋਈ ਗੱਲ ਹੋਵੇ, ਉਹ ਕਦੋਂ ਆਣਾ? ਵੀਰ ਸ਼ੁੱਕਰ ਸ਼ਨੀ ਉਹ ਆ ਨਹੀਂ ਰਿਹਾ। ਦੇਖੋ ਇਹ ਰਿਪੋਰਟ ਨੂੰ ਐਨਾਲਾਈਜ਼ ਕਰਨਾ, ਇਹ ਸਭ ਕੰਮ ਕਰਨਾ ਜਿਹੜਾ ਹੁੰਦਾ ਹੈ ਬੇਸਿਕਲੀ ਮੀਡੀਆ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਸੀਗਾ। ਔਰ ਤੁਹਾਨੂੰ ਯਾਦ ਹੈ ਕਿ ਬਈ ਇੱਕ ਟਾਈਮ ਸੀਗਾ ਜਦ ਐਗਰੀਕਲਚਰ ਕੋਰਸਪੋਂਡੈਂਟ ਜੇ ਅੱਗੇ ਲੈ ਗਏ ਕਿਤੇ ਹੋਰ ਤੇ ਸਾਨੂੰ ਮੀਡੀਆ ਨੂੰ ਤਾਂ ਫਿਰ ਉਹ ਰਫਤਾ ਨਹੀਂ ਮਿਲਣਾ। ਟਾਈਮ ਸੀਗਾ, ਤੁਹਾਨੂੰ ਯਾਦ ਹੋਏਗਾ SPG ਕਿ ਐਗਰੀਕਲਚਰ ਕੋਰਸਪੋਂਡੈਂਟ ਅਖਬਾਰਾਂ ਵਿੱਚ ਹੁੰਦੇ ਸੀਗੇ। ਮੈਨੂੰ ਖੁਦ ਯਾਦ ਹੈ ਕਿ ਮੈਂ ਤੀਸਰਾ ਐਗਰੀਕਲਚਰ ਸਾਇੰਟਿਸਟ ਸੀਗਾ ਹਿੰਦੁਸਤਾਨ ਵਿੱਚ ਔਰ ਮੈਂ ਆਖਰੀ ਸੀਗਾ। ਪੜ੍ਹਦੇ ਸੀਗੇ ਡਿਵੈਲਪਿੰਗ ਹਿਲਸ ਕਰਕੇ। ਲੇਕਿਨ ਤੁਸੀਂ ਅੱਜ ਦੇਖੋ ਕਿ ਜਦ ਕਾਰਪੋਰੇਟਸ ਦੀ ਗੱਲ ਹੁੰਦੀ ਹੈ ਸਾਰਾ ਮੀਡੀਆ ਅਲਰਟ ਹੁੰਦਾ ਹੈ। ਤੁਸੀਂ ਕੋਈ ਅਖਬਾਰ ਚੁੱਕ ਲਓ, ਕੋਈ ਟੈਲੀਵਿਜ਼ਨ ਚੁੱਕ ਲਓ, ਉਹਦੇ ਸਾਰੀ ਗੱਲ ਉਹੀ ਹੁੰਦੀ ਹੈ। ਜਦ ਐਗਰੀਕਲਚਰ ਦੀ ਗੱਲ ਹੁੰਦੀ ਹੈ ਉਹੀ ਮੀਡੀਆ ਕਿਉਂ ਚੁੱਪ ਜਾਂਦਾ ਹੈ? ਮੀਡੀਆ ਦਾ ਰੋਲ ਜਿਹੜਾ ਹੈਗਾ ਇਟ ਰਿਪਰੈਜ਼ੈਂਟਸ ਦੀ ਕੰਟਰੀ, ਨਾਟ ਓਨਲੀ ਵਨ ਸੈਕਸ਼ਨ ਆਫ ਦੀ ਕੰਟਰੀ। ਇਹ ਅਨਫੋਰਚੂਨੇਟ ਹੈ ਕਿ ਅਸੀਂ ਮੀਡੀਆ ਨੂੰ ਉਸ ਕੈਟੇਗਰੀ 'ਚ ਨਹੀਂ ਖੜਾ ਕਰਦੇ ਹੈਗੇ। ਤੁਹਾਡੇ ਵਰਗੇ ਡਿਬੇਟਸ ਕਿਉਂ ਨਹੀਂ ਹੁੰਦੇ ਮੀਡੀਆ ਵਿੱਚ? ਕਿਉਂ ਰੋਜ਼ਾਨਾ ਕੋਈ ਨਾ ਕੋਈ ਡਿਸਕਸ਼ਨ ਹੋਣਾ? ਇੱਕ ਬੜਾ ਇੰਟਰਸਟਿੰਗ ਤੁਹਾਨੂੰ ਮੈਂ ਇੱਕ ਦੱਸਾਂ, ਟਾਈਟਲ ਚੱਲ ਰਿਹਾ ਟੈਲੀਵਿਜ਼ਨ ਤੇ, ਵੇਵ ਦੀ ਵੇਵਰ। ਕਿਸਾਨਾਂ ਦੇ 2 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਹੋ ਗਏ ਤਾਂ ਕਿਹਾ ਜੀ ਇਹ ਤਾਂ ਬਿਲਕੁਲ ਗਲਤ ਹੈ, ਦੇਸ਼ ਦਾ ਫਿਸਕਲ ਡੈਫਿਸਿਟ बढ़ ਜਾਏਗਾ, ਪੈਸਾ ਕਿੱਥੋਂ ਆਏਗਾ? ਹੁਣ ਜਿਹੜਾ ਕੁਝ ਹੋ ਰਿਹਾ, ਜਿਹੜਾ ਤੁਸੀਂ ਬੇਲ ਆਊਟ ਕਰ ਰਹੇ ਹੋ ਜਾਂ ਪੈਕੇਜ ਦੇ ਰਹੇ ਹੋ ਜਾਂ ਤੁਸੀਂ ਕੰਸੈਸ਼ਨ ਦੇ ਰਹੇ ਹੋ, ਉਹ ਕਿਸ ਨੇ ਪੁੱਛਿਆ ਕਿ ਪੈਸਾ ਕਿੱਥੋਂ ਆਏਗਾ? ਮੈਂ ਹਰ ਜਗ੍ਹਾ ਪੁੱਛਿਆ, ਜਿਸ ਸ਼ੋਅ 'ਚ ਮੈਂ ਗਿਆ ਹੈਗਾ ਕਿ ਪਿਛਲੇ 10 ਸਾਲ 'ਚ 18 ਲੱਖ ਕਰੋੜ ਰੁਪਏ ਜਿਹੜਾ ਕਾਰਪੋਰੇਸ਼ਨ ਨੂੰ ਮਿਲਿਆ, ਮੈਨੂੰ ਦੱਸ ਦਿਓ ਉਹਦਾ ਫਿਸਕਲ ਡੈਫਿਸਿਟ ਕਿੱਥੇ बढ़ਿਆ ਹੈਗਾ ਤਾਂ ਤੁਹਾਡਾ ਪੈਸਾ ਕਿੱਥੋਂ ਆਏਗਾ? ਕਦੀ ਕਿਸੇ ਕੋਈ ਸਵਾਲ ਨਹੀਂ ਪੁੱਛਦਾ। ਲੇਕਿਨ ਕਿਸਾਨਾਂ ਵਾਸਤੇ ਵੇਵ ਦੀ ਵੇਵਰ। ਔਰ ਸਾਡੇ ਚੀਫ ਇਕਨੋਮਿਕ ਐਡਵਾਈਜ਼ਰ ਬੋਲਦੇ ਸੀਗੇ ਕਿ
ਕਾਰਪੋਰੇਟ ਦਾ ਲੋਨ ਰਾਈਟ ਆਫ ਕਰਨ ਨਾਲ ਇਕਨੋਮਿਕ ਗਰੋਥ ਹੁੰਦੀ ਹੈ। ਜਦ ਇਹੀ ਸੋਚ ਹੈ ਕਿ ਅਮੀਰ ਆਦਮੀ ਦਾ ਤੁਸੀਂ ਰਾਈਟ ਆਫ ਕਰੋਗੇ ਤਾਂ ਗਰੋਥ ਹੁੰਦੀ ਹੈ, ਗਰੀਬ ਆਦਮੀ ਦਾ ਕਰੋਗੇ ਤਾਂ ਕ੍ਰੈਡਿਟ ਜਿਹੜੇ ਨਵੇਂ ਫਾਰਮੂਲੇ ਲਿਆਉਂਦੇ ਨੇ, ਜਿਹੜੇ ਨਵੇਂ ਫਾਰਮੂਲੇ ਲਿਆਉਂਦੇ ਨੇ, ਆ ਅਸ਼ੋਕ ਗੁਲਾਟੀ ਵਗੈਰਾ ਨਵੇਂ ਫਾਰਮੂਲੇ ਲਿਆ ਰਹੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਨਦਾਤਾ ਨੂੰ ਅਸੀਂ ਊਰਜਾ ਦਾਤਾ ਬਣਾ ਦੇਣਾ। ਹੁਣ ਉਹਨਾਂ ਨੇ ਪਿੱਛੇ ਜੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਆਰਟੀਕਲ ਲਿਖਿਆ, ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਸੋਲਰ ਦਰਖਤ ਉਗਾਉਣੇ ਚਾਹੀਦੇ ਹਨ, ਸੂਰਜੀ ਊਰਜਾ ਪੈਦਾ ਕਰਨ ਵਾਲੇ ਦਰਖਤ, ਵਿਚ ਮੀਨਸ ਕਿ 12-15 ਫੁੱਟ ਦੀ ਹਾਈਟ ਦੇ ਉੱਤੇ ਤੁਸੀਂ ਪੈਨਲ ਲਾਓ ਤੇ ਸਰਕਾਰ ਫਿਰ ਉਹ ਬਿਜਲੀ ਖਰੀਦਿਆ ਕਰੇਗੀ। ਉਹਦੇ ਉਹਨਾਂ ਨੇ ਫਾਰਮੂਲੇ ਦਿੱਤੇ ਨੇ ਕਿ ਭਾਈ ਇੱਕ ਸੋਲਰ ਟਰੀ ਵੀ ਲਗਾ ਲਓ ਜਾਂ ਪੰਪ ਸੈੱਟ ਲਾ ਲਓ, ਪੰਪ ਸੈੱਟ ਦੇ ਨਾਲ ਸੋਲਰ ਪੈਨਲ ਲਾ ਲਓ, ਐਕਸਟਰਾ ਬਿਜਲੀ ਸਰਕਾਰ ਖਰੀਦੇਗੀ। ਇਸ ਤਰੀਕੇ ਨਾਲ ਕਿਸਾਨ ਆਪਣੀ ਇਨਕਮ ਵਧਾ ਸਕਣਗੇ। ਹਾਊ ਡੂ ਯੂ ਸੀ ਥੀਸ ਕਾਈਂਡ ਆਫ ਫਾਰਮੂਲੇ ਜਿਹੜੇ ਕਿਸਾਨ ਨੂੰ ਦੱਸ ਰਹੇ ਨੇ ਕਿ ਭਾਈ ਆਪਣੀ ਇਨਕਮ ਤੂੰ ਕਿੱਦਾਂ ਵਧਾਣੀ ਹੈ? ਤੁਸੀਂ ਸ਼ੁਰੂਆਤ ਵਿੱਚ ਬਹੁਤ ਸੋਹਣਾ ਇੱਕ ਗੱਲ ਐਕਸਪ੍ਰੈਸ ਕੀਤਾ ਸੀਗਾ, ਐਕਸਪ੍ਰੈਸ਼ਨ ਚ ਲੈ ਕੇ ਆਏ ਤੁਸੀਂ ਆਪਣੇ ਪ੍ਰੈਜੈਂਟੇਸ਼ਨ ਵਿੱਚ ਕਿ ਬਈ ਕੰਟਰੀ ਦੀ ਅਟੈਂਸ਼ਨ ਡਾਈਵਰਟ ਕਰਨੀ ਹੋਏ ਤਾਂ ਤੁਹਾਨੂੰ ਬਹੁਤ ਸਾਰੇ ਮੁੱਦੇ ਮਿਲ ਜਾਂਦੇ ਹੈਗੇ। ਮੈਨੂੰ ਲੱਗਦਾ ਐਗਰੀਰੀਅਨ ਡਿਸਟ੍ਰੈਸ ਨੂੰ ਵੀ ਤੁਸੀਂ ਅਗਰ ਡਾਈਵਰਟ ਕਰਨਾ ਹੋਏ ਤੁਹਾਨੂੰ ਮੁੱਦੇ ਮਿਲ ਜਾਂਦੇ ਹੈਗੇ। ਲੇਕਿਨ ਤੁਸੀਂ ਇੱਕ ਗੱਲ ਦੇਖੋ, ਕੱਲ ਯੂਪੀ ਦੇ ਕੁਝ ਕਿਸਾਨਾਂ ਨੇ ਕਿਹਾ ਹੈਗਾ, ਕਲੇਮ ਕਿਹਾ ਉਹਨਾਂ ਨੇ ਕਿ ਦੇਖੋ ਸਾਡਾ ਆਲੂ ਦੀ ਜਿਹੜੀ ਲਾਗਤ ਹੈ ਉਹ ਸਨ 2016 ਤੋਂ ਨਹੀਂ ਨਿਕਲ ਰਹੀ। ਇਹ ਕਹਿੰਦੇ ਕਿ ਸਾਨੂੰ ਦੱਸੋ ਹੁਣ ਅਸੀਂ ਕੀ ਕਰੀਏ। 2016 ਯਾਨੀ 3 ਸਾਲ ਹੋ ਗਏ ਹੈਗੇ, ਆਲੂ ਦੀ ਲਾਗਤ ਨਹੀਂ ਨਿਕਲ ਰਹੀ ਉਹਨਾਂ ਦੀ। ਪਿਆਜ਼ ਦਾ ਤੁਸੀਂ ਫਾਰਮਰ ਦੇਖ ਲਓ, 1890 ਰੁਪਏ ਦੇ ਵਿੱਚ ਉਹਨੇ ਤਕਰੀਬਨ 1900 ਕਿਲੋ ਪਿਆਜ਼ ਵੇਚਿਆ ਹੈਗਾ। ਨੈਗੇਟਿਵ ਵਿੱਚ ਖਰੀਦ ਕੇ ਵਾਪਿਸ ਆਉਂਦਾ ਹੈਗਾ, ਮਾਲ ਵੇਚਣ ਗਿਆ ਸੀਗਾ, ਨੈਗੇਟਿਵ ਵਿੱਚ ਵਾਪਿਸ ਆਉਂਦਾ ਹੈ। ਇਸ ਹਾਲਾਤ ਵਿੱਚ ਇਹ ਤੁਹਾਨੂੰ 1-2 ਐਗਜ਼ਾਮਪਲ ਦੇ ਰਿਹਾ ਹੈਗਾ। ਇਹ ਰੋਜ਼ਾਨਾ ਜਿਹੜੇ ਮਰਰੇ ਚੱਲ ਰਹੇ ਹੈਗੇ ਸਾਡੇ ਕੋਲ, ਅਸੀਂ ਉਹਦੇ ਵਿੱਚ ਕਿਉਂ ਨਹੀਂ ਫੋਕਸ ਕਰਦੇ? ਮੈਂ ਆਉਣਾ ਚਾਹੁੰਦਾ ਬਾਰ-ਬਾਰ ਸੈਂਸ ਆਫ ਕ੍ਰਾਈਸਿਸ ਦੇ ਉੱਤੇ। ਮੈਨੂੰ ਦੱਸੋ, ਇੱਕ ਖਬਰ ਛਪਦੀ ਹੈ, ਖਬਰ ਕੀ ਹੈ? ਸਰਕਾਰੀ ਡਾਟਾ, ਕਿਸੇ ਨੇ ਚੈਲੰਜ ਵੀ ਨਹੀਂ ਕੀਤਾ। ਬਜਟ ਦੇ ਵਿੱਚ ਲਿਖਿਆ ਹੈ ਕਿ ਭਾਈ ਹਿੰਦੁਸਤਾਨ ਦੀ ਸਰਕਾਰ ਦਾ ਇੱਕ ਡਿਪਾਰਟਮੈਂਟ ਹੈ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ। ਐਗਰੀਕਲਚਰ ਰਿਸਰਚ 'ਤੇ ਕਿੰਨਾ ਪੈਸਾ ਲੱਗਣਾ ਸਰਕਾਰ ਇਸ ਡਿਪਾਰਟਮੈਂਟ ਨੂੰ ਦਿੰਦੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 8078 ਕਰੋੜ ਰੁਪਇਆ ਅਸੀਂ ਐਗਰੀਕਲਚਰ ਰਿਸਰਚ ਲਈ ਦਿੰਦੇ ਹਾਂ। ਹੁਣ ਮੈਂ ਕਦੀ ਵੇਖਿਆ ਵੀ ਨਹੀਂ 8000 ਕਰੋੜ ਰੁਪਇਆ, ਤੁਹਾਨੂੰ ਸੱਚੀ ਦੱਸੀ ਮੈਨੂੰ ਪਤਾ ਨਹੀਂ ਵੀ ਕਿੰਨਾ ਹੁੰਦਾ। ਸੋ ਤੁਸੀਂ ਕਿਸੇ ਚੀਜ਼ ਨਾਲ ਨਾਪ ਕੇ ਦੇਖਦੇ ਹੋ। ਅਮਰੀਕਾ ਦੀ ਸਿੰਗਲ ਫਰਮ ਕੋਈ ਵੀ ਚੱਕ ਲਓ, ਬੇਅਰਸ ਚੱਕ ਲਓ, ਬੇਅਰਸ ਦਾ ਕੱਲਾ ਐਗਰੀਕਲਚਰ ਦੇ ਉੱਤੇ ਇੱਕ ਕੰਪਨੀ ਦਾ R&D ਦਾ ਬਜਟ ਜਿਹੜਾ ਉਹ ਇਸ ਤੋਂ ਕਈ ਗੁਣਾ ਜ਼ਿਆਦਾ, ਤੇ ਪੂਰੇ ਹਿੰਦੁਸਤਾਨ ਦਾ ਐਗਰੀਕਲਚਰ ਬਜਟ ਜਿਹੜਾ ਉਹ ਇੱਕ ਅਮਰੀਕਾ ਦੀ ਹਿੰਦੁਸਤਾਨ ਦੇ ਵਿੱਚ ਬਿਜ਼ਨਸ ਕਰਨ ਵਾਲੀ ਇੱਕ ਕੰਪਨੀ ਦੇ ਸਿਰਫ ਐਗਰੀਕਲਚਰ ਦੇ ਉੱਤੇ ਰਿਸਰਚ ਵਾਲੇ ਬਜਟ ਤੋਂ ਘੱਟ ਹੈ। ਇਹ ਖਬਰ ਛਪਦਿਆਂ ਸਾਰ ਸਾਰੇ ਬੁੱਧੀਜੀਵੀਆਂ ਵਿੱਚ ਜਿਹੜੇ ਵੈਲਥ ਕ੍ਰੀਏਟਰ ਦੀ ਇੱਜ਼ਤ ਕਰਦੇ ਨੇ, ਜਿਨ੍ਹਾਂ ਨੂੰ ਅੰਨਦਾਤਾ ਲੱਗਦਾ ਹੈ, ਤਾਂ ਦਰਅਸਲ ਹਰ ਉਹ ਵਿਅਕਤੀ ਜਿਹੜਾ ਟੀਵੀ ਦੇਖਦਾ ਤੇ ਰੋਟੀ ਖਾਂਦਾ, ਕਿਸਾਨ ਨਾਲ ਤਾਂ ਉਹਦਾ ਰਿਸ਼ਤਾ ਬਣ ਜਾਂਦਾ ਹੈ ਨਾ ਜੀ। ਟੀਵੀ ਦੇਖਦਾ, ਰੋਟੀ ਖਾਂਦਾ ਤੇ ਕਿਸਾਨ ਨਾਲ ਰਿਸ਼ਤਾ ਬਣਦਾ ਜੀ। ਉਹਦੇ ਮਨ ਦੇ ਵਿੱਚ ਇੱਕ ਸੈਂਸ ਆਫ ਕ੍ਰਾਈਸਿਸ ਕਿਉਂ ਨਹੀਂ ਹੋ ਜਾਂਦੀ ਕਿ ਹੇ ਰੱਬਾ ਇਹ ਕੀ ਹੋ ਜਾਵੇਗਾ, ਫਿਰ ਤਾਂ ਮਾਰਿਆ ਜਾਏਗਾ ਕਿਸਾਨ। ਇਹ ਤੁਸੀਂ ਬਹੁਤ ਇੰਟਰਸਟਿੰਗ ਗੱਲ ਇਸ ਕਰਕੇ ਕਹੀ ਹੈ ਕਿ ਰਿਸਰਚ ਦੀ ਜੇ ਆਪਾਂ ਗੱਲ ਕਰਦੇ ਹਾਂ ਐਗਰੀਕਲਚਰ ਰਿਸਰਚ ਦੀ, ਫਿਰ ਵੀ ਜਿਹੜਾ ਬੰਦਾ ਟੀਵੀ ਦੇਖ ਰਿਹਾ, ਸਾਹਮਣੇ ਬੈਠਾ ਖਾਣਾ ਖਾ ਰਿਹਾ, ਉਹ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਕਰ ਪਾਏ ਕਿ ਰਿਸਰਚ ਦਾ ਕਿੰਨਾ ਮਹੱਤਵ ਹੈਗਾ। ਲੇਕਿਨ ਤੁਹਾਨੂੰ ਮੈਂ ਇੱਕ ਹੋਰ ਡਾਟਾ ਦੇਣਾ ਚਾਹੁੰਦਾ। ਐਗਰੀਕਲਚਰ ਦੀ ਪੋਪੂਲੇਸ਼ਨ ਤਾਂ 50% ਹੈ ਕੰਟਰੀ ਦੀ ਟੋਟਲ ਪੋਪੂਲੇਸ਼ਨ ਦੇ ਹਿਸਾਬ ਨਾਲ। ਤਕਰੀਬਨ 60 ਕਰੋੜ ਲੋਕੀ ਖੇਤੀ ਨਾਲ ਜੁੜੇ ਹੋਏ ਹੈਗੇ। 60 ਕਰੋੜ ਲੋਕੀ, 50% ਦੇਸ਼ ਦੀ ਪੋਪੂਲੇਸ਼ਨ, ਉਹਦੇ ਵਾਸਤੇ ਟੋਟਲ ਬਜਟ ਐਗਰੀਕਲਚਰ ਦਾ ਕਿੰਨਾ ਹੁੰਦਾ ਹੈਗਾ? ਰਿਜ਼ਰਵ ਬੈਂਕ ਆਫ ਇੰਡੀਆ ਦੀ ਸਟੱਡੀ ਕਹਿੰਦੀ ਹੈ ਕਿ ਸਨ 2011-12 ਔਰ 2016-17 ਦੇ ਵਿੱਚ ਤਕਰੀਬਨ 6-7 ਸਾਲ ਦੇ ਵਿੱਚ 0.4% ਆਫ ਦੀ GDP ਜਾ ਰਿਹਾ ਹੈਗਾ ਐਗਰੀਕਲਚਰ ਵਾਸਤੇ। ਹੁਣ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਤਾਂ ਜਦੋਂ ਕੱਲੀ ਰਿਸਰਚ ਦੀ ਮੋਰ ਦੈਨ 1% ਹੋ ਗਿਆ ਤੇ ਹੋਣਾ ਚਾਹੀਦਾ। ਰਿਸਰਚ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਸਾਰੇ ਟੋਟਲ ਐਗਰੀਕਲਚਰ ਦੀ ਗੱਲ ਕਰ ਰਿਹਾ ਕਿ ਉਹ 16-17 ਤੱਕ 2011-12 ਤੋਂ ਲੈ ਕੇ 0.4% ਆਫ ਦੀ GDP ਫॉर ਅ ਪੋਪੂਲੇਸ਼ਨ ਵਿਚ ਇਜ਼ 50%। ਤੁਸੀਂ ਇਹਦਾ ਮੈਨੂੰ ਦੱਸੋ, ਜਦ ਤੁਸੀਂ ਇਨਵੈਸਟ ਨਹੀਂ ਕਰੋਗੇ ਐਗਰੀਕਲਚਰ ਵਿੱਚ ਤਾਂ ਮਿਰਾਕਲ ਕਿੱਥੋਂ ਹੋਏਗਾ? ਕਹਿੰਦੇ ਨੇ ਘੰਟੀਆਂ ਵੱਜ ਜਾਣੀਆਂ ਚਾਹੀਦੀਆਂ। ਪਰ ਇੱਕ ਗੱਲ ਸੋਚੋ, ਮੈਂ ਬ੍ਰੇਕ ਲਈ ਰੁਕ ਰਿਹਾ, ਪਰ ਜੇ ਘਰ ਕੋਈ ਕਹਿ ਦੇਵੇ ਕਿ ਭਰਾਵੋ ਅੱਗ ਲੱਗੀ ਹੈ ਤਾਂ ਘੰਟੀਆਂ ਵੱਜ ਜਾਂਦੀਆਂ। ਜੇ ਕੋਈ ਕਹਿ ਦੇ ਹੜ੍ਹ ਆ ਗਿਆ ਤਾਂ ਘੰਟੀਆਂ ਵੱਜ ਜਾਂਦੀਆਂ। ਜੇ ਕੋਈ ਕਹਿ ਦੇ ਸੋਕਾ ਪੈ ਗਿਆ ਤਾਂ ਘੰਟੀਆਂ ਵੱਜ ਜਾਂਦੀਆਂ। ਤੇ ਇੱਥੇ ਦਿੰਦੇ ਸ਼ਰਮਾ ਜੀ ਤਿੰਨੋਂ ਕੰਮ ਹੋਏ ਪਏ ਨੇ। ਮੈਂ ਤੁਹਾਡਾ ਆਰਟੀਕਲ ਪੜ੍ਹ ਰਿਹਾ ਸੀ IPCC ਦੇ ਉੱਤੇ ਕਿ ਅੱਗਾਂ ਲੱਗ ਗਈਆਂ ਨੇ ਤੇ ਇੰਨੀਆਂ ਵੱਡੀਆਂ ਲੱਗੀਆਂ ਹੋਈਆਂ ਨੇ ਕਿ ਸਪੇਸ ਤੋਂ ਦਿਸ ਰਹੀਆਂ ਨੇ, ਖਲਾ ਤੋਂ ਦਿਸ ਰਹੀਆਂ। ਚੰਦਰਯਾਨ ਭੇਜਿਆ ਸ਼ਾਇਦ ਉਹ ਤੋਂ ਹੀ, ਫੋਟੋ ਖਿੱਚੋ ਤਾਂ ਥੱਲੇ ਅੱਗ ਦਿਸੇਗੀ। ਅੱਗ ਲੱਗੀ ਹੋਈ ਹੈ, ਸੱਚੀ ਮੁੱਚੀ ਵਾਲੀ ਅੱਗ। ਤੇ ਹੜ੍ਹ ਆਇਆ ਪਿਆ ਜਿਹੜਾ ਤੁਸੀਂ ਟੀਵੀ ਤੇ ਦੇਖਦੇ ਹੋ, ਤੇ ਸੋਕਾ ਅੱਧੇ ਦੇਸ਼ ਵਿੱਚ ਹੈ ਜਿਹੜਾ ਅਜੇ ਟੀਵੀ ਤੇ ਨਹੀਂ ਦਿਸ ਰਿਹਾ। ਇਹ ਸਾਰਾ ਕੁਝ ਆ ਗਿਆ ਹੈ ਤੇ ਹੁਣ ਮੰਨ ਲਈਏ ਕਿ ਕ੍ਰਾਈਸਿਸ ਹੈਗਾ ਤੇ ਆਪਾਂ ਬ੍ਰੇਕ ਤੋਂ ਬਾਅਦ ਮਿਲ ਲਈਏ। ਨਹੀਂ ਤਾਂ ਚਿਦੰਬਰਮ ਕਸ਼ਮੀਰ ਕਿਸੇ ਚੈਨਲ ਤੇ ਆ ਵੀ ਰਿਹਾ ਹੋਣਾ, ਉਹ ਵੀ ਟਰਾਈ ਕਰ ਸਕਦੇ ਹੋ। ਇਫ ਯੂ ਕਮ ਬੈਕ ਵੀਲ ਬੀ ਹੇਅਰ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਸਾਨ ਬਾਰੇ, ਕਿਸਾਨੀ ਬਾਰੇ, ਉਹਨਾਂ ਬਾਰੇ ਜਿਹੜੇ ਹਾਸ਼ੀਏ ਤੇ ਧੱਕ ਦਿੱਤੇ ਜਾਂਦੇ ਨੇ, ਡਿਬੇਟਾਂ ਵਿੱਚੋਂ ਬਾਹਰ ਕੱਢ ਦਿੱਤੇ ਜਾਂਦੇ ਨੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਦਵਿੰਦਰ ਸ਼ਰਮਾ ਜੀ। ਦਵਿੰਦਰ ਸ਼ਰਮਾ ਜੀ, ਫਲੱਡਸ ਆਏ ਨੇ, ਪੰਜਾਬ ਦੇ ਵਿੱਚ ਆਏ ਨੇ, ਸਾਡੇ ਲੱਖਾਂ ਏਕੜ ਜਿਹੜੀ ਸਟੈਂਡਿੰਗ ਕ੍ਰੌਪ ਹੈ ਉਹ ਪਾਣੀ ਦੇ ਵਿੱਚ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਹ ਹਾਲਾਤ ਨੇ। ਸੋਕਾ ਅੱਧੇ ਦੇਸ਼ ਦੇ ਵਿੱਚ ਹੈ। ਮੈਨੂੰ ਖੁਸ਼ੀ ਹੋਈ ਸੀ, ਤੁਹਾਡਾ ਆਰਟੀਕਲ ਮੈਂ ਟ੍ਰਿਬਿਊਨ ਦੇ ਵਿੱਚ ਪੜ੍ਹ ਰਿਹਾ ਸੀ ਕਿ ਤੁਸੀਂ ਘੱਟੋ ਘੱਟ ਜ਼ਿਕਰ ਕੀਤਾ ਕਿ ਅੱਧਾ ਦੇਸ਼ ਸੋਕੇ ਵਿੱਚ ਹੈ, ਅੱਧਾ ਹੜ੍ਹਾਂ ਵਿੱਚ ਹੈ, ਕਿਉਂਕਿ ਗੱਲ ਸੋਕੇ ਦੀ ਘੱਟ ਹੋ ਰਹੀ ਹੈ। ਉਹਦਾ ਮੌਸਮ ਮੈਨੂੰ ਲੱਗਦਾ ਕਸ਼ਮੀਰ ਤੋਂ ਬਾਅਦ, ਚਿਦੰਬਰਮ ਤੋਂ ਬਾਅਦ ਹੜ੍ਹ ਤੇ ਫਿਰ ਸੋਕੇ ਦਾ ਵੀ ਮੌਸਮ ਸੀਜ਼ਨ ਆਏਗਾ ਮੀਡੀਆ ਦੇ ਵਿੱਚ ਗੱਲਬਾਤ ਦਾ। ਤੇ ਉਧਰ ਤੁਸੀਂ ਜ਼ਿਕਰ ਕੀਤਾ ਹੈ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ, ਤੁਸੀਂ ਉਹਨੂੰ ਪਰਫੈਕਟ ਸਟੋਰਮ ਤੁਸੀਂ ਕਿਹਾ ਵੀ ਪਰਫੈਕਟ ਸਟੋਰਮ ਉਹਨੂੰ ਦੁਨੀਆ 'ਚ ਕਿਹਾ ਜਾ ਰਿਹਾ। ਮੈਨੂੰ ਯਾਦ ਆ ਜਦੋਂ ਪਰਫੈਕਟ ਸਟੋਰਮ ਫਿਲਮ ਆਈ ਸੀ ਤੇ ਮੇਰੇ ਤਾਂ ਉਹ ਜਾਰਜ ਕਲੂਨੀ ਦੀ ਫਿਲਮ ਦੇ ਦ੍ਰਿਸ਼ ਮਾਈਂਡ ਦੇ ਵਿੱਚ ਆ ਰਹੇ ਸੀਗੇ। ਤੇ ਇਹ ਸਾਰਾ ਐਗਰੀਕਲਚਰ ਦੇ ਕ੍ਰਾਈਸਿਸ ਨਾਲ ਕਿਵੇਂ ਆ ਜੁੜਦਾ? ਅਸੀਂ ਦਰਅਸਲ ਇੱਕ ਬਹੁਤ ਵੱਡਾ ਕ੍ਰਾਈਸਿਸ, ਇਹ ਤਾਂ ਕ੍ਰਾਈਸਿਸ ਹੈ ਹੀ ਹੈ ਨਾ ਕਿ ਭਾਈ ਜਿਉਂਦੇ ਰਵਾਂਗੇ ਕਿ ਮਰ ਜਾਵਾਂਗੇ। ਕਲਾਈਮੇਟ ਚੇਂਜ ਤਾਂ ਇਹ ਡਿਸਾਈਡ ਕਰ ਰਹੀ ਹੈ ਨਾ, ਇਹ ਧਰਤੀ ਰਹੇਗੀ ਕਿ ਨਹੀਂ, ਪੌਦੇ ਉੱਗਣਗੇ ਕਿ ਨਹੀਂ, ਬੱਚੇ ਪੈਦਾ ਹੋਣਗੇ ਕਿ ਨਹੀਂ, ਤੇ ਅਸੀਂ ਅਪੰਗ ਹੋ ਜਾਵਾਂਗੇ ਕਿ ਇੰਜ ਜਿਉਵਾਂਗੇ। ਜੇ ਕ੍ਰਾਈਸਿਸ ਇੱਥੇ ਤੱਕ ਹੈ ਤੇ ਇਹਦੇ ਤੇ ਸਰਕਾਰੀ ਮਿਟਗਾ ਤੇ ਘੰਟੀਆਂ ਕਿਉਂ ਨਹੀਂ ਖੜਕਦੀਆਂ? ਜਦੋਂ ਫਾਇਰ ਬ੍ਰਿਗੇਡ ਵਰਗੀ ਕ੍ਰਾਈਸਿਸ ਆਉਣਾ ਚਾਹੀਦਾ। ਇਹ ਉਸ 1 ਲੱਖ ਕਰੋੜ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਸੀ। ਦੇਖੋ, ਜੋ ਤੁਸੀਂ ਗੱਲ ਕੀਤੀ ਹੈ ਅੱਗਾਂ ਲੱਗੀਆਂ ਹੋਈਆਂ ਹੈਗੀਆਂ, ਇਹ ਦਰਸ਼ਕਾਂ ਵਾਸਤੇ ਆਈ ਥਿੰਕ ਕਲੈਰੀਫਾਈ ਕਰਦੀ ਹੈ ਥੋੜਾ ਜਿਹਾ ਉਹਨਾਂ ਜੀ ਬਿਲਕੁਲ। ਅਮੇਜ਼ਨ ਜਿਹੜੇ ਫੋਰੈਸਟ ਹੈਗੇ ਆ ਬ੍ਰਾਜ਼ੀਲ ਵਿੱਚ, ਸਭ ਜਾਣਦੇ ਹੈਗੇ ਉਹ ਦੁਨੀਆ ਦੇ ਲੰਗ ਮੰਨੇ ਜਾਂਦੇ ਹੈਗੇ ਆ। ਔਰ 20% ਆਕਸੀਜਨ ਜਿਹੜੀ ਹੈਗੀ ਆ ਉਹ ਉਸ ਫੋਰੈਸਟ ਤੋਂ, ਪੂਰੀ ਧਰਤੀ ਤੇ ਜਿਹੜੀ ਆਕਸੀਜਨ ਉਹਦਾ 20% ਕੇਵਲ ਉਹਨਾਂ ਜੰਗਲਾਂ ਦੇ ਵਿੱਚੋਂ ਆਉਂਦਾ, ਅਮੇਜ਼ਨ ਤੋਂ ਆਉਂਦਾ, ਜਿਨ੍ਹਾਂ ਨੂੰ ਸਾੜ ਕੇ ਉੱਥੋਂ ਦੇ ਫਾਰਮਰ ਨੂੰ ਉਹ ਪੁਸ਼ ਕੀਤਾ ਜਾ ਰਿਹਾ, ਉੱਥੇ ਵੀ ਕਿਸਾਨ ਨੂੰ ਕਿ ਜੰਗਲ ਸਾਫ਼ ਕਰ ਦੇ ਤੇ ਇੱਥੇ ਖੇਤੀ ਕਰ। ਜਿਹੜੇ ਹੁਣ ਪ੍ਰੈਜ਼ੀਡੈਂਟ ਹੈਗੇ ਆ, ਜਦੋਂ ਪ੍ਰੈਜ਼ੀਡੈਂਟ ਬਣੇ ਹੈਗੇ ਆ, ਉਹਨਾਂ ਨੇ ਆਂਦੇ ਹੀ ਪਹਿਲੇ ਕਹਿਤਾ ਸੀ, ਉਹ ਤੋਂ ਪਹਿਲੇ ਬਲਕਿ ਕੈਂਪੇਨ 'ਚ ਕਿਹਾ ਸੀਗਾ ਕਿ ਮੇਰਾ ਕੋਈ ਮਤਲਬ ਨਹੀਂ ਹੈ ਅਮੇਜ਼ਨ ਨੂੰ ਬਚਾਉਣ ਦਾ, ਮੈਂ ਅਮੇਜ਼ਨ ਨੂੰ ਕੱਟਾਂਗਾ, ਡਿਫੋਰੈਸਟੇਸ਼ਨ ਹੋਏਗੀ ਔਰ ਇਕਨੋਮਿਕ ਗਰੋਥ ਸਾਨੂੰ ਚਾਹੀਦੀ ਹੈ। ਕਹਿਣ ਦਾ ਮਤਲਬ ਹੈ ਕਿ ਇਕਨੋਮਿਕ ਗਰੋਥ ਔਰ ਨੈਚੁਰਲ ਡਿਸਟਰਕਸ਼ਨ ਦਾ ਅਸੀਂ ਲਿੰਕ ਨਹੀਂ ਜੋੜ ਸਕੇ। ਆਕਸੀਜਨ ਨਹੀਂ ਚਾਹੀਦੀ, ਇਕਨੋਮਿਕ ਗਰੋਥ ਚਾਹੀਦੀ। ਹੁਣ ਕੀ ਹੈ ਕਿ ਜਿਹੜੇ ਅੱਗਾਂ ਲੱਗੀਆਂ ਹੋਈਆਂ ਉੱਥੇ, ਹੁਣ ਪ੍ਰੈਜ਼ੀਡੈਂਟ ਉਹਨਾਂ ਦੇ ਪ੍ਰੈਸ਼ਰ ਵਿੱਚ ਆ ਗਏ ਹੈ। ਹੁਣ ਕਹਿੰਦੇ ਜੀ ਕਿ ਐਨਜੀਓਜ਼ ਨੇ ਲਗਾਈਆਂ। ਇਹ ਬੜੀ ਇੰਟਰਸਟਿੰਗ ਗੱਲ ਹੋ ਗਈ ਹੈ। ਐਨਜੀਓਜ਼ ਇੰਨੇ ਪਾਵਰਫੁਲ ਹੋ ਗਏ ਕਿ ਉਹ ਤੁਹਾਡੇ ਵਰਗਿਆਂ ਨੇ ਲਗਾਈਆਂ, ਇੰਨੇ ਵਰਗੇ ਅਮੇਜ਼ਨ ਫੋਰੈਸਟ ਨੂੰ ਜਲਾ ਦੇਣ। ਹਾਂਜੀ, ਔਰ ਇੰਨਾ ਨੁਕਸਾਨ ਹੋ ਰਿਹਾ ਅਮੇਜ਼ਨ ਦਾ। ਹਾਲਾਂਕਿ ਅਸੀਂ ਦੁਨੀਆ ਵਿੱਚ 50% ਫੋਰੈਸਟ ਆਲਰੇਡੀ ਕੱਟ ਚੁੱਕੇ ਹਾਂ, ਲੇਕਿਨ ਉਹਦੇ ਬਾਵਜੂਦ ਜਿਹੜਾ ਨੁਕਸਾਨ ਹੋ ਰਿਹਾ ਸਮਝਣ ਦੀ ਜ਼ਰੂਰਤ ਹੈ। ਇੱਕ ਫੁੱਟਬਾਲ ਦਾ ਗਰਾਊਂਡ 1 ਮਿੰਟ ਵਿੱਚ ਸਾਫ਼ ਹੋ ਰਿਹਾ, ਜਿੰਨਾ ਰਕਬਾ ਸਾਫ਼ ਹੋ ਰਿਹਾ ਉੱਥੇ ਕੱਟਿਆ ਜਾ ਰਿਹਾ, 1 ਮਿੰਟ ਦੇ ਵਿੱਚ ਖਤਮ ਕੀਤਾ ਜਾ ਰਿਹਾ, 1 ਮਿੰਟ ਵਿੱਚ ਇੱਕ ਫੁੱਟਬਾਲ ਦਾ ਗਰਾਊਂਡ ਖਤਮ ਹੋ ਰਿਹਾ ਹੈਗਾ। ਇਸ ਰੇਟ ਤੇ ਉੱਥੇ ਡਿਫੋਰੈਸਟੇਸ਼ਨ ਹੋ ਰਹੀ ਹੈ। ਜਿਹੜੀ IPCC ਦੀ ਰਿਪੋਰਟ ਤੁਸੀਂ ਕਹਿ ਰਹੇ ਹੋ, ਇਹ ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ, ਇਹ ਕਹਿੰਦਾ ਹੈ ਕਿ ਜੇ ਤੁਸੀਂ ਸਾਰਾ ਐਗਰੀਕਲਚਰ ਦਾ ਰੋਲ ਦੇਖ ਲਿਓ, ਡਿਫੋਰੈਸਟੇਸ਼ਨ ਜੰਗਲ ਸਾਫ਼ ਕਰਨ ਤੋਂ ਲੈ ਕੇ ਫੂਡ ਵੇਸਟੇਜ ਤੱਕ ਦੇਖ ਲਈਏ, ਤਾਂ ਉਹ ਕਹਿੰਦੇ ਕਿ ਤਕਰੀਬਨ 1/3 ਜਿਹੜੇ ਗੈਸਿਸ ਹੈਗੇ, ਗ੍ਰੀਨ ਹਾਊਸ ਗੈਸਿਸ, ਉਹ ਐਗਰੀਕਲਚਰ ਤੋਂ ਨਿਕਲ ਕੇ ਆਉਂਦੇ ਆ। ਮੇਰਾ ਕਹਿਣਾ ਹੈਗਾ ਕਿ ਇਹ ਅੰਡਰ ਐਸਟੀਮੇਸ਼ਨ ਹੈਗੀ ਹੈ, ਕਿਉਂਕਿ ਇੱਕ ਹੋਰ UN ਦੀ ਰਿਪੋਰਟ ਹੈਗੀ ਹੈ, ਜਿਹਨੂੰ ਟੀਬ ਕਹਿੰਦੇ ਆ ਅਸੀਂ, ਦੀ ਇਕਨੋਮਿਕਸ ਆਫ ਇਕੋਸਿਸਟਮ ਸਰਵਿਸਿਜ਼, ਉਹਦੇ ਵਿੱਚ ਕਿਹਾ ਗਿਆ ਹੈ ਕਿ ਤਕਰੀਬਨ 49 ਤੋਂ 57% ਗ੍ਰੀਨ ਹਾਊਸ ਗੈਸ ਐਮਿਸ਼ਨਸ ਐਗਰੀਕਲਚਰ ਤੋਂ, ਇੰਟੈਂਸਿਵ ਐਗਰੀਕਲਚਰ, ਡਿਫੋਰੈਸਟੇਸ਼ਨ ਤੋਂ ਲੈ ਕੇ ਫੂਡ ਵੇਸਟੇਜ ਤੱਕ ਆਉਂਦੀ ਹੈ। ਮੈਸਿਵ ਪੈਸਾ ਚਾਹੀਦਾ ਐਗਰੀਕਲਚਰ R&D 'ਚ। ਤਾਂ ਜੇ ਫੂਡ ਵੇਸਟੇਜ ਇੱਕ ਆਪਣੇ ਆਪ 'ਚ ਦੇਸ਼ ਹੁੰਦਾ ਜਿੰਨਾ ਫੂਡ ਵੇਸਟ ਹੋ ਰਿਹਾ, ਤਾਂ ਨੰਬਰ 3 ਤੇ ਆਉਂਦਾ ਦੁਨੀਆ 'ਚ ਗ੍ਰੀਨ ਹਾਊਸ ਗੈਸ ਐਮਿਸ਼ਨ 'ਚ। ਤੁਸੀਂ ਦੇਖ ਲਓ ਕਿੰਨਾ ਪੋਲੂਸ਼ਨ, ਕਿੰਨਾ ਕਲਾਈਮੇਟ, ਕਿੰਨਾ ਫੂਡ ਵੇਸਟ ਜਾਂਦਾ ਹੈ। ਜੇ ਵੇਸਟ ਕੀਤਾ ਫੂਡ ਦੁਨੀਆ ਦਾ ਤੀਜਾ ਵੱਡਾ ਦੇਸ਼ ਬਣ ਜਾਂਦਾ, ਤੀਜਾ ਵੱਡਾ ਦੇਸ਼ ਬਣ ਜਾਂਦਾ। ਜੇ ਇਸ ਮਾਹੌਲ ਵਿੱਚ ਸਾਨੂੰ ਸਮਝਣਾ ਇਹ ਹੈਗਾ ਕਿ ਜੋ ਇਕਨੋਮਿਕ ਗਰੋਥ ਦਾ ਮਾਡਲ ਹੈ, ਉਹ ਐਕਚੁਅਲੀ ਨੈਚੁਰਲ ਰਿਸੋਰਸਿਸ ਨੂੰ ਡਿਸਟਰੋਏ ਕਰਦਾ ਹੈ। ਜਿੰਨਾ ਤੁਸੀਂ ਨੈਚੁਰਲ ਰਿਸੋਰਸਿਸ ਨੂੰ ਡਿਸਟਰੋਏ ਕਰੋਗੇ, ਅਮਿਤਾਭ ਘੋਸ਼ ਰਾਈਟਰ ਹੈਗੇ, ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਕਿ ਗ੍ਰੀਨ ਹਾਊਸ ਗੈਸ ਐਮਿਸ਼ਨਸ ਔਰ ਇਕਨੋਮਿਕ ਗਰੋਥ ਡਾਇਰੈਕਟਲੀ ਰਿਲੇਟਡ ਹੈਗੇ। ਜਿੰਨਾ ਇਕਨੋਮਿਕ ਗਰੋਥ ਤੁਹਾਡਾ बढ़ेगा, ਉਨਾ ਗ੍ਰੀਨ ਹਾਊਸ ਗੈਸ ਐਮਿਸ਼ਨ बढ़ेंगे, ਜਿੰਨਾ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ। এনवायरमेंट ਦਾ ਹਾਲ ਨਜ਼ਰ ਆਉਂਦਾ ਉਹਨਾਂ ਦੇ ਨਾਵਲ ਤੋਂ, ਦਾ ਹੰਗਰੀ ਟਾਈਡ ਤੋਂ, ਬਿਲਕੁਲ ਜੋ ਤੇ ਹੋ ਰਿਹਾ। ਮੈਨੂੰ ਦੱਸੋ ਵੀ ਇਹ ਜਿਸ ਵੇਲੇ ਬੇਸਿਕਲੀ ਇਹ IPCC ਤੇ ਤੁਸੀਂ ਇਹ ਕਹਿ ਰਹੇ ਹੋ ਕਿ ਜ਼ਮੀਨ ਲਿਮਿਟਿਡ ਹੈ, ਲੈਂਡ ਲਿਮਿਟਿਡ ਹੈ, ਉਹ ਹੋਰ ਛੋਟਾ ਹੋਈ ਜਾ ਰਿਹਾ ਹੈ, ਹਿਊਮਨ ਪਾਪੂਲੇਸ਼ਨ ਹੋਰ ਐਕਸਪੈਂਡ ਹੋਈ ਜਾ ਰਹੀ ਹੈ, ਤੇ ਇੱਕ ਸਫੋਕੇਟਿੰਗ ਸਾਹ ਘੁੱਟ ਦੇਣ ਵਾਲਾ ਗੈਸਾਂ ਦਾ ਕੰਬਲ ਸਾਡੇ ਤੇ ਪਾਇਆ ਜਾ ਰਿਹਾ ਹੈ, ਜਿਹੜਾ ਕੱਸਦਾ ਹੀ ਜਾ ਰਿਹਾ ਹੈ। ਧਰਤੀ ਸਾਡੇ ਲਈ ਹੋਰ ਛੋਟੀ ਹੋਈ ਜਾ ਰਹੀ ਹੈ, ਤੇ ਇਹੋ ਜਿਹਾ ਕ੍ਰਾਈਸਿਸ ਕੋਈ ਨਹੀਂ ਹੈਗਾ ਵੀ ਸਰਕਾਰ ਦੇ ਸਾਰੇ ਮੰਤਰੀ ਸਿਰ ਜੋੜ ਕੇ ਬਹਿ ਜਾਣ ਤੇ ਕਹਿਣ ਵੀ ਕਿਸਾਨਾਂ ਦਾ ਕੁਝ ਕਰਨਾ ਹੋਵੇਗਾ। ਤੇ ਉਹ ਪਾਰਲੇ ਦੇ ਬਿਸਕੁਟ ਵਗੈਰਾ ਕੋਈ ਘੱਟ ਮਿਲਦਾ, ਕਹਿੰਦੇ ਜੀ 5 ਰੁਪਏ ਵਾਲਾ ਪੈਕਟ ਵੀ ਨਹੀਂ ਵਿਕ ਰਿਹਾ, ਲੋਕਾਂ 'ਚ ਬੜੀ ਚਿੰਤਾ ਹੈ, ਤੇ ਉਹਦੇ ਲਈ ਸਾਰੇ ਮੰਤਰੀ ਬਹਿ ਜਾਂਦੇ ਨੇ ਤੇ ਹਜ਼ਾਰਾਂ ਕਰੋੜਾਂ ਰੁਪਏ ਰੁੜ ਜਾਂਦੇ ਨੇ। ਉਲਟਾ ਹੋਇਆ, ਕੀ ਕਰੀਏ? ਕੁਝ ਚੀਕਾਂ ਮਾਰਨੀਆਂ ਸ਼ੁਰੂ ਕਰ ਦੇਵੇ, ਮਤਲਬ ਲੋਕ ਕੀ ਕਰਨ? ਬਲਕਿ ਉਲਟਾ ਹੋਇਆ ਸਰ, ਉਲਟਾ ਇਹ ਹੋਇਆ ਕਿ ਜਦ ਇੱਕ ਰਿਪੋਰਟ ਆਈ ਕਿ ਬਈ ਦੁਨੀਆ ਵਾਸਤੇ ਸਿਰਫ 8-10 ਸਾਲ ਰਹਿ ਗਏ ਟ੍ਰਿਪਿੰਗ ਪੁਆਇੰਟ ਤੇ ਪਹੁੰਚਣ ਵਾਸਤੇ, 2% ਜਿਹੜੀ 2 ਡਿਗਰੀ ਜਿਹੜਾ ਐਕਸਨ ਇੱਕ ਬਹੁਤ ਬੜੀ ਕੰਪਨੀ ਹੈ, ਐਕਸਨ ਬਹੁਤ ਬੜੀ ਕੰਪਨੀ ਹੈ, ਜਿਹੜਾ ਕਿ ਪੈਟਰੋਲ, ਡੀਜ਼ਲ ਔਰ ਕਰੂਡ
ਆਇਲ ਤੇ ਪੈਟਰੋਕੈਮੀਕਲ ਦੀ, ਉਹਨਾਂ ਦੇ ਚੇਅਰਮੈਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਰੋਣਾ ਨਿਕਲ ਗਿਆ ਔਰ ਉਹ ਸੈਂਟੀਮੈਂਟਲ ਹੋ ਗਿਆ। ਉਹ ਕਹਿੰਦੇ ਹੈ ਕਿ ਜੇ ਦੁਨੀਆ 8-10 ਸਾਲ 'ਚ ਖਤਮ ਹੋ ਗਈ ਹੈ ਤਾਂ ਜਿਹੜਾ ਤੇਲ ਪਿਆ ਜ਼ਮੀਨ ਥੱਲੇ ਉਹਦਾ ਕੀ ਹੋਏਗਾ, ਉਹ ਤਾਂ ਮੈਂ ਨਿਕਾਲ ਨਹੀਂ ਪਾਵਾਂਗਾ। ਇਹ ਤੁਸੀਂ ਇਹ ਦੇਖੋ ਜਿਹੜਾ ਭਾਈ ਇਹ ਹੁੰਦੀ ਹੈ ਸੈਂਸ ਆਫ ਕ੍ਰਾਈਸਿਸ, ਇਹ ਸੈਂਸ ਉਹਨਾਂ ਦਾ ਕ੍ਰਾਈਸਿਸ ਤੇ ਹੈ ਨਾ, ਉਹਨਾਂ ਦਾ ਕ੍ਰਾਈਸਿਸ, ਅਸੀਂ ਸਾਰੇ ਮਰ ਜਾਾਂਗੇ, ਤੇਲ ਪਿਆ ਰਹਿ ਜਾਵੇਗਾ, ਤੇਲ ਪਿਆ ਰਹਿ ਜਾਏਗਾ। ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਕਿੰਨੀ ਬੜੀ ਵੈਲਥ ਜਿਹੜੀ ਹੈਗੀ ਹੈ ਉਹ ਦੁਨੀਆ ਦੀ ਰਹਿ ਜਾਏਗੀ ਪਿੱਛੇ। ਇਹ ਤੇਲ 'ਚ ਨੱਕ ਡੋਬ ਕੇ ਇਹ ਜਿਹੜੀ ਵੈਲਥ ਕ੍ਰੀਏਟਰ ਦੀ ਗੱਲ ਹੈ, ਮੈਨੂੰ ਕਦੀ ਸਮਝ ਨਹੀਂ ਆਉਂਦਾ ਕਿ ਇਹ ਵੈਲਥ ਕ੍ਰੀਏਟਰ ਜਿਹੜੇ ਹੈਗੇ ਕਿਆ ਕਿਤੇ ਇਹ ਦੇਖਣਾ ਨਹੀਂ ਪਏਗਾ ਕਿ ਨਾ ਤਾਂ ਔਰ ਵੈਲਥ ਸਕਰ ਦਾ ਕੀ ਫਰਕ ਹੈਗਾ। ਕਿਉਂ ਅਸੀਂ ਦੇਖਦੇ ਹਾਂ ਕਿ ਬਈ ਉਹ ਜੋ ਕਹਿੰਦੇ ਪਏ ਕਿ ਦੁਨੀਆ ਦੀ ਵੈਲਥ, ਜਿਹੜਾ ਲੇਟੈਸਟ ਇਸ਼ੂ ਹੈ ਸਾਇੰਟੀਫਿਕ ਅਮਰੀਕਨ ਦਾ, ਇਹ ਇੱਕ ਰਿਪੋਰਟ ਨੂੰ ਕੋਟ ਕਰਦਾ ਜਿਹਦੇ ਯੂਨਾਈਟਿਡ ਨੇਸ਼ਨਸ ਆਫੀਸ਼ੀਅਲ ਕਹਿ ਰਿਹਾ ਕਿ ਜੇ ਕਰੰਟ ਰੇਟ ਡਿਗਰੇਡੇਸ਼ਨ ਦਾ ਜਾਰੀ ਰਿਹਾ ਤਾਂ ਧਰਤੀ ਦੀ ਜਿਹੜੀ ਟੌਪ ਸੋਇਲ ਹੈ, ਉੱਪਰ ਦੀ ਜਿਹੜੀ ਲੇਅਰ ਹੈ, ਜਿਹੜੀ ਉਪਜਾਊ ਮਿੱਟੀ ਦੀ, ਉਹ 60 ਸਾਲਾਂ ਦੇ ਵਿੱਚ ਕੰਪਲੀਟਲੀ ਖਤਮ ਹੋ ਜਾਏਗੀ। ਫੂਡ ਪ੍ਰੋਡਕਸ਼ਨ 13% ਕਾਰਬਨ ਡਾਈਆਕਸਾਈਡ, 44% ਮੀਥੇਨ, 82% ਨਾਈਟਰਸ ਆਕਸਾਈਡ ਐਮਿਸ਼ਨਸ, ਬੇਸਿਕਲੀ ਇਹ ਲਾਰਜੀ ਜਿਹੜਾ ਤੁਸੀਂ ਕਹਿੰਦੇ ਹੋ 40-50% ਗ੍ਰੀਨ ਹਾਊਸ ਐਮਿਸ਼ਨਸ ਦੇ ਨੇੜੇ ਜਾ ਪਹੁੰਚਦਾ ਹੈ। ਮਤਲਬ ਧਰਤੀ ਖਤਮ ਹੋ ਜਾਵੇਗੀ, ਇਹ ਕ੍ਰਾਈਸਿਸ ਨਹੀਂ ਹੈ ਤੇ ਭਾਈ ਸਾਨੂੰ ਟੈਕਸ ਵਾਲੇ ਤੰਗ ਕਰ ਰਹੇ ਨੇ, ਤੁਸੀਂ ਸੁਪਰ ਰਿਚ ਦੇ ਉੱਤੇ ਟੈਕਸ ਲਾ ਦਿੱਤਾ, ਜਿਨ੍ਹਾਂ ਦੀ ਹਜ਼ਾਰਾਂ ਕਰੋੜਾਂ ਰੁਪਏ ਇਨਕਮ ਹੈ, ਉਹਨਾਂ ਨੂੰ ਤਾਂ ਜ਼ਿਆਦਾ ਟੈਕਸ ਨਹੀਂ ਲਾਣਾ ਚਾਹੀਦਾ। ਇੰਟਰਸਟਿੰਗ ਗੱਲ, ਇੱਜ਼ਤ ਕਰੋ ਉਹਨਾਂ ਦੀ। ਇੱਕ ਮੇਰੀ ਗੱਲ ਸੁਣੋ, ਆਕਸਫੈਮ ਦੀ ਰਿਪੋਰਟ ਕਹਿੰਦੀ ਹੈ ਕਿ ਜਿੰਨਾ ਸਾਡੇ ਟੌਪ 1% ਹੈਗੀ ਹੈ ਉਹ ਹਰ ਸਾਲ ਰੋਜ਼ਾਨਾ 2200 ਕਰੋੜ ਰੁਪਏ ਆਪਣੀ ਵੈਲਥ ਵਿੱਚ ਐਡ ਕਰਦੇ ਆ। ਡੇਲੀ 2200 ਕਰੋੜ ਰੁਪਇਆ, ਉਹੀ 2200 ਕਰੋੜ ਰੁਪਏ ਜਿਨ੍ਹਾਂ ਦੀ ਵੈਲਥ ਵਧਦੀ ਹੈ ਰੋਜ਼ਾਨਾ, ਉਹੀ ਲੋਕ ਹੈਗੇ ਜਿਹੜਾ ਸਭ ਤੋਂ ਜ਼ਿਆਦਾ ਕ੍ਰਾਈਸਿਸ ਵਿੱਚ ਹੈਗੇ ਇਸ ਟਾਈਮ, ਜਿਨ੍ਹਾਂ ਨੂੰ ਸਰਕਾਰ ਇਹ ਵੀ ਮਾਫ ਕਰੋ, ਇਹ ਵੀ ਮਾਫ ਕਰੋ, ਇਹ ਵੀ ਮਾਫ ਕਰੋ। ਮੈਨੂੰ ਲੱਗਦਾ ਕਿ ਕ੍ਰਾਈਸਿਸ ਤਾਂ ਹੈ ਹੀ ਉੱਥੇ। ਗਰੀਬ ਆਦਮੀ ਤਾਂ ਵਿਚਾਰਾ ਖੁਸ਼ਹਾਲ ਹੈ, ਆਪਣਾ ਜਿਸ ਰੋਜ਼ੀ ਰੋਟੀ ਜੋ ਕਮਾ ਰਿਹਾ ਉਹ ਗੁਜ਼ਾਰਾ ਕਰ ਰਿਹਾ, ਲੇਕਿਨ ਇਹ ਸਾਨੂੰ ਕਿਉਂ ਸਮਝ ਨਹੀਂ ਆਉਂਦਾ ਕਿ 2200 ਕਰੋੜ ਰੁਪਏ ਜਿਹੜੇ ਰੋਜ਼ਾਨਾ ਕਮਾ ਰਹੇ ਹੈਗੇ ਉਹਨਾਂ ਨੂੰ ਇੰਨਾ ਭਿਅੰਕਰ ਕ੍ਰਾਈਸਿਸ ਹੋ ਗਿਆ ਕਿ ਅੱਜ ਉਹਨਾਂ ਨੂੰ ਸਰਕਾਰ ਤੋਂ ਮਦਦ ਮੰਗਣੀ ਪਈ, ਕਟੋਰਾ ਲੈ ਖੜੇ ਹੋ ਜਾਣ। ਪਹਿਲਾਂ ਤਾਂ ਕੀ ਲੋਕਾਂ ਨੂੰ ਬੈਠ ਕੇ ਘਰੇ ਚਾਰਟ ਬਣਾ ਕੇ ਲਾਣੇ ਚਾਹੀਦੇ ਨੇ, ਭਾਈ ਸਾਰੀਆਂ ਚੈਨਲਾਂ ਦੇ ਨਾਮ ਲਿਖੋ। ਦੇਖੋ ਵੀ ਜਦੋਂ ਪ੍ਰਧਾਨ ਮੰਤਰੀ ਹਰਮਨ ਪਿਆਰੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਕਿਹਾ ਸੀ ਕਿ ਜ਼ੀਰੋ ਬਜਟਿੰਗ ਫਾਰਮਿੰਗ ਕਰਨੀ ਚਾਹੀਦੀ ਹੈ, ਤਾਂ ਉਸ ਤੋਂ ਬਾਅਦ ਕਿਹੜੇ ਟੀਵੀ ਚੈਨਲ ਤੇ ਕਿੰਨੇ ਡਿਬੇਟ ਜ਼ੀਰੋ ਬਜਟਿੰਗ ਫਾਰਮਿੰਗ ਬਾਰੇ ਹੋਏ ਨੇ। ਜੇ ਉਹਨਾਂ ਨੇ ਕਿਹਾ ਸੀ ਵੀ ਭਾਈ ਕਿੰਨੇ ਸੀ 1592 ਜਿਹੜੇ ਬਲਾਕਸ ਨੇ ਦੇਸ਼ ਦੇ, ਉਹਨਾਂ 'ਚ ਭਿਅੰਕਰ ਕ੍ਰਾਈਸਿਸ ਆ, ਓਵਰ ਐਕਸਪਲੋਇਟ ਹੋ ਗਏ ਨੇ ਪਾਣੀ ਵਾਲੇ ਪਾਸਿਓਂ। 256 ਬਲਾਕ ਤੋਂ ਉਹਨਾਂ ਨੇ ਕਿਹਾ ਖਤਮ ਹੋ ਗਿਆ ਪਾਣੀ ਟੋਟਲੀ, ਉਹਦੇ 'ਚ ਪੰਜਾਬ ਦੇ ਵੀ ਨੇ। ਤੇ ਇਹਦੇ ਤੇ ਟੀਵੀ ਤੇ ਕਿੰਨੇ ਡਿਬੇਟ ਹੋਏ। ਅੱਛਾ, ਐਨੀਮਲ ਹਸਬੈਂਡਰੀ ਤੇ ਪਿਛਲੇ ਮਹੀਨੇ 2 ਮਹੀਨੇ 'ਚ ਪੁਲਵਾਮਾ ਤੋਂ ਬਾਅਦ ਐਨੀਮਲ ਹਸਬੈਂਡਰੀ ਤੇ ਤੁਸੀਂ ਕਿੰਨੇ ਡਿਬੇਟ ਦੇਖੇ ਨੇ ਕਿੰਨੀਆਂ ਚੈਨਲਾਂ ਤੇ? ਚਲੋ ਇਹ ਤਾਂ ਇਹਦੀਆਂ ਤਾਂ ਗਿਣਤੀਆਂ ਮਿੰਤੀਆਂ ਹੋਣੀਆਂ ਚਾਹੀਦੀਆਂ ਹੋਣਗੀਆਂ, ਨਹੀਂ ਮਿਲੇਗਾ ਤੁਹਾਨੂੰ ਮਿਲੇਗਾ ਨਹੀਂ, ਬਹੁਤ ਇੱਕ ਬਿਰਲਾ ਕੋਈ ਹੋਏਗਾ। ਲੇਕਿਨ ਤੁਸੀਂ ਦੇਖੋ ਕਿ ਇਹ ਗਲੈਮਰਸ ਸਬਜੈਕਟ ਨਹੀਂ ਹੈਗੇ, ਕੋਈ ਮਰ ਜਾਣ, ਲੋਕ ਮਰ ਰਹੇ ਨੇ, ਖਤਮ ਹੋ ਰਹੇ ਨੇ। ਜਿਹੜਾ ਥੋੜਾ ਜਿਹਾ ਗਲੈਮਰ ਜਿਹਨੂੰ ਆਉਣਾ ਚਾਹੀਦਾ ਉਹ ਵੀ ਤਾਂ ਉਹਨਾਂ ਦੀ ਡਿਸਕਸ਼ਨ ਹੀ ਹੁੰਦੀ ਹੈ। ਇਹ ਕਿਹਾ ਜਾਂਦਾ ਹੈ ਕਿ ਵੀ 30 ਦੇਸ਼ ਦੁਨੀਆ ਦੇ ਜਿਹੜੇ ਟੌਪ ਪੋਲੂਟਡ ਹੈਗੇ ਆ ਉਹਦੇ ਚੋਂ 22 ਹਿੰਦੁਸਤਾਨ 'ਚ ਹੈਗੇ ਆ। ਕਿੰਨੇ ਡਿਬੇਟ ਤੁਸੀਂ ਦੇਖੇ ਸੀਗੇ? 1-2 ਐਡੀਟੋਰੀਅਲ ਆਏ, ਬਸ ਗੱਲ ਖਤਮ ਹੋ ਗਈ। ਇਹ ਕਿਹਾ ਜਾ ਰਿਹਾ ਹੁਣ ਕਿ ਅਗਲੇ 10 ਸਾਲਾਂ ਵਿੱਚ ਹਿੰਦੁਸਤਾਨ 'ਚ 45 ਸ਼ਹਿਰ ਐਸੇ ਹੈਗੇ ਜਿਨ੍ਹਾਂ ਦਾ ਵਾਟਰ ਕ੍ਰਾਈਸਿਸ ਫੇਸ ਕਰਨਗੇ। 45 ਸ਼ਹਿਰ। ਅੱਜ ਦੁਨੀਆ ਦੇ ਅਗਰ ਅਸੀਂ ਰੈਂਕਿੰਗ ਕਰੀਏ, ਵਰਲਡ ਰਿਸੋਰਸ ਇੰਸਟੀਚਿਊਟ ਕਹਿੰਦਾ ਹੈ ਸਾਡਾ ਹਿੰਦੁਸਤਾਨ 13ਵੇਂ ਨੰਬਰ ਤੇ ਆਉਂਦਾ ਹੈ ਕਿ ਜਿਹਨਾਂ 'ਚ ਵਾਟਰ ਕ੍ਰਾਈਸਿਸ ਹੋਏਗਾ। ਲੇਕਿਨ ਇੰਟਰਸਟਿੰਗ ਜਿਹੜੀ ਵਿੱਚ ਧਿਆਨ ਨਾਲ ਦੇਖਣ ਦੀ ਗੱਲ ਹੈਗੀ ਹੈ ਕਿ ਉਹ 'ਚ 12 ਕੰਟਰੀਜ਼ ਉਹ ਹੈਗੇ ਜਿਹੜੇ ਕਿ ਮਿਡਲ ਈਸਟ ਤੇ ਹੈਗੇ ਆ, ਸਾਊਦੀ ਅਰੇਬੀਆ, ਓਮਾਨ ਵਗੈਰਾ, ਇਹ ਕੰਟਰੀ ਹੈਗੇ ਜਿਹੜੇ ਜਿਸ 'ਚ ਬਹੁਤ ਬਾਰਿਸ਼ ਹੁੰਦੀ ਹੈਗੀ ਹੈ, ਮਤਲਬ ਐਵਰੇਜ ਜਿਹਨੂੰ 1200 mm ਲੈ ਕੇ ਚਲੀਏ, ਉਹ ਕੰਟਰੀ ਜਿਹੜਾ ਹੈਗਾ ਟੌਪ ਕਰ ਰਿਹਾ। ਇਹ ਮਤਲਬ ਸਾਫ਼ ਹੈ ਕਿ ਕ੍ਰਾਈਸਿਸ ਸਾਡੇ ਸਾਹਮਣੇ ਸਟੇਅਰ ਕਰ ਰਿਹਾ। ਅਸੀਂ ਇਕਨੋਮਿਕ ਗਰੋਥ ਤੇ ਲੱਗੇ ਹੋਏ ਹਾਂ। ਸਾਨੂੰ ਲੱਗਦਾ ਹੈ ਕਿ ਜਦ ਤੱਕ ਕਾਰਪੋਰੇਟਸ ਨੂੰ ਫਾਇਦਾ ਨਹੀਂ ਦੇਵਾਂਗੇ, ਜਦ ਤੱਕ ਅਸੀਂ ਹੋਰ ਐਕਸਪਲੋਇਟ ਨਹੀਂ ਕਰਾਂਗੇ ਨੈਚੁਰਲ ਰਿਸੋਰਸਿਸ ਨੂੰ, ਦੁਨੀਆ ਦਾ ਵਿਕਾਸ ਨਹੀਂ ਹੋਏਗਾ। ਵੈਲਥ ਕ੍ਰੀਏਟਰ ਜਿਹੜੇ ਹੈਗੇ ਆ ਉਹਨਾਂ ਦੀ ਇੱਜ਼ਤ ਨਹੀਂ ਹੋ ਪਾਏਗੀ। ਸਰਕਾਰ ਜਦੋਂ ਗਿਣਤੀ ਮਿੰਤੀ ਕਰਦੀ ਹੈ ਨਾ, ਇਹ ਪ੍ਰੈਸ ਰਿਲੀਜ਼ ਕੱਢੀ ਹੈ ਸਰਕਾਰ ਨੇ, ਉਹਨਾਂ ਨੇ ਕਿਹਾ 24,112 ਹੈਕਟੇਅਰ ਜਿਹੜੇ ਨੇ 561 ਪਿੰਡਾਂ ਦੇ ਜਿਹੜੇ ਕਿ 13 ਡਿਸਟ੍ਰਿਕਟਸ ਵਿੱਚ ਨੇ, ਇਹ ਪਾਣੀ ਥੱਲੇ ਨੇ। ਮੈਂ ਸੋਚਿਆ ਸੀ ਇਹਦੇ 'ਚ ਡਾਟਾ ਕਾਫੀ ਹੈ, ਪ੍ਰੈਸ ਰਿਲੀਜ਼ ਅੱਗੇ ਪੜ੍ਹੀ ਜਾਵੇ। 36,000 ਤੇ ਇੰਨੇ ਪਰੌਂਠੇ ਵੰਡੇ ਨੇ ਜੀ ਅਸੀਂ, ਤੇ 18,000 ਤੇ ਇੰਨੇ ਪੈਕੇਟ ਡਰਾਈ ਰਾਸ਼ਨ ਦੇ ਅਸੀਂ ਜਲੰਧਰ ਦੇ 18 ਪਿੰਡਾਂ 'ਚ ਉੱਤੋਂ ਸੁੱਟੇ ਨੇ। ਤੇ ਜਿਸ ਵੇਲੇ ਸਰਕਾਰ ਇਹ ਪਰੌਂਠੇ ਵਗੈਰਾ ਗਿਣਦੀ ਹੈ ਨਾ ਕਿ ਐਗਜ਼ੈਕਟਲੀ ਉਹ ਫਿਗਰ ਬੜੀ ਹੈ, ਰਾਊਂਡ ਫਿਗਰ ਨਹੀਂ ਹੁੰਦੀ, ਗਿਣ ਕੇ ਸੁੱਟਦੀ ਹੈ। ਉਹ ਸਰਕਾਰ ਕੀ ਇਹ ਨਹੀਂ ਗਿਣ ਸਕਦੀ ਕਿ ਕਿਸਾਨ ਦੀ ਕੀ ਹਾਲਤ ਹੈ, ਕਿ ਇਹਨਾਂ ਹੀ ਖੇਤਾਂ ਦੇ ਵਿੱਚ ਜਿਨ੍ਹਾਂ 'ਚ ਅੱਜ ਪਾਣੀ ਖੜਾ ਹੈ, ਇਹਨਾਂ ਵਿੱਚ ਤਰਾਸਦੀ ਕਿਸ ਲੈਵਲ ਦੀ ਹੈ, ਹਿੰਦੁਸਤਾਨ ਦੇ ਇਹਨਾਂ ਖੇਤਾਂ ਵਿੱਚ ਤਰਾਸਦੀ ਕਿਸ ਲੈਵਲ ਦੀ ਹੈ। ਆਫਟਰ ਆਲ ਕੋਈ ਸ਼ੋਰ ਮਚਾਉਂਦਾ ਤੇ ਸਰਕਾਰ ਨੂੰ ਸਮਝ ਆ ਜਾਂਦੀ ਹੈ ਤੇ ਇਸ ਕਿਸਮ ਦੇ ਇਕਨੋਮਿਕ ਸਟਿਮੂਲਸ ਆ ਜਾਂਦੇ ਨੇ। ਕੌਣ ਸ਼ੋਰ ਨਹੀਂ ਮਚਾ ਰਿਹਾ ਕਿ ਸਰਕਾਰ ਨੂੰ ਨਹੀਂ ਸਮਝ ਆ ਰਹੀ, ਇਸ ਕਰਕੇ ਕਿਸਾਨ ਲਈ ਸਟਿਮੂਲਸ ਨਹੀਂ ਆ ਰਿਹਾ।
ਤੁਸੀਂ ਜੋ ਗੱਲ ਬੋਲੀ ਹੈ ਇਹ ਬਹੁਤ ਇੰਪੋਰਟੈਂਟ ਹੈ ਕਿ ਬਈ ਕਿਸਾਨ ਦਾ ਕੀ ਨੁਕਸਾਨ ਹੋ ਰਿਹਾ। ਮੈਨੂੰ ਤਾਂ ਇਹ ਲੱਗਦਾ ਹੈ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕਰ ਰਹੇ ਸੀਗੇ ਕਿ ਕ੍ਰਾਈਸਿਸ ਕਿਸ ਖੇਤੀ ਵਿੱਚ ਹੈਗਾ, ਕਿਸ ਖੇਤੀ ਕ੍ਰਾਈਸਿਸ ਕਿਸਾਨਾਂ ਨਾਲ ਹੈਗਾ, ਔਰ ਜਿਹੜਾ ਸਟਿਮੂਲਸ ਪੈਕੇਜ ਹੈ ਉਹ ਕਾਰਪੋਰੇਟਸ ਨੂੰ ਮਿਲਦਾ ਹੈਗਾ। ਇਹ ਇੱਕ ਅਨਫੋਰਚੂਨੇਟ ਸਿਚੁਏਸ਼ਨ ਹੋ ਗਈ ਹੈ ਕਿਉਂਕਿ ਸਾਡਾ ਦੇਖਣ ਦਾ ਨਜ਼ਰੀਆ ਇਕਨੋਮੀ ਨੂੰ ਸਿਵਾਏ ਕਾਰਪੋਰੇਟ ਦੇ ਪ੍ਰਿਜ਼ਮ ਦੇ ਅੰਦਰ ਉਹ ਜਿਹੀ ਹੈ। ਅਸੀਂ ਟੀਵੀ ਤੋਂ ਦੇਖਣਾ ਹੁੰਦਾ, ਅਖਬਾਰ ਤੋਂ ਦੇਖਣਾ ਹੁੰਦਾ, ਹੋਰ ਕਿੱਥੋਂ ਦੇਖੀਏ? ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਦੇਸ਼ ਦੀ ਐਗਰੀਕਲਚਰ ਜਿਹੜਾ ਹੈਗਾ ਉਹ ਇਕਨੋਮਿਕ ਉੱਚ ਆਂਦਾ ਹੀ ਨਹੀਂ ਹੈਗਾ। ਅਸੀਂ ਉਹਨੂੰ ਅਨ ਇਕਨੋਮਿਕਲ ਐਕਟੀਵਿਟੀ ਮੰਨ ਕੇ ਚੱਲਦੇ ਹੈਗੇ ਹਾਂ। ਅਸੀਂ ਉਹਨਾਂ ਤੇ ਇੱਕ ਦਇਆ ਕਰ ਰਹੇ ਹੈਗੇ ਕਿਸਾਨਾਂ ਤੇ। ਇਹ ਸਾਡੀ ਸੋਚ ਹੈ, ਅਸੀਂ ਦਇਆ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਪਾਲਣਾ ਹੈਗਾ। ਇਹ ਨਹੀਂ ਸੋਚ ਰਹੇ ਕਿ ਇਹ ਹੈਗੇ ਸਾਨੂੰ ਜਿਹੜਾ ਅਸਲੀ ਪਾਲਦੇ ਹੈਗੇ। ਐਕਚੁਅਲੀ ਕਿਸਾਨ ਹੈਗਾ ਜਿਹੜਾ ਦੇਸ਼ ਨੂੰ ਸਬਸਿਡਾਈਜ਼ ਕਰ ਰਿਹਾ, ਕਿਸਾਨ ਹੈ ਜਿਹੜਾ ਦੇਸ਼ ਦਾ ਭਾਰ ਆਪਣੇ ਕੰਧੇ ਤੇ ਲੈ ਕੇ ਚੱਲਿਆ ਹੋਇਆ। ਅਗਰ ਕਿਸਾਨ ਨੂੰ ਮੇਰਾ ਜੀਵਨ ਚੰਗਾ ਤਾਂ ਬੀਤ ਰਿਹਾ ਕਿਉਂਕਿ ਕਿਸਾਨ ਗੁਰਬਤ ਵਿੱਚ ਹੈ। ਗੁਰਬਤ ਵਿੱਚ ਹੈ ਇਹਦਾ, ਕਿਉਂਕਿ ਕਿਸਾਨ ਦਾ ਅਗਰ ਪ੍ਰਾਈਸ ਉਹਨੂੰ ਬਿਲਕੁਲ ਠੀਕ ਠਾਕ ਮਿਲ ਜਾਂਦਾ ਹੈਗਾ ਤਾਂ ਕੰਟਰੀ ਦੀ ਇਕਨੋਮੀ ਜਾਂ ਮਾਰਕੀਟ ਇਕਨੋਮੀ ਉਥਲ-ਪੁਥਲ ਹੋ ਜਾਂਦੀ ਹੈ। ਤੁਹਾਨੂੰ ਕਿਸਾਨ ਦੇ ਪ੍ਰਾਈਸਿਸ ਨੂੰ ਲੋ ਰੱਖਣਾ ਹੈਗਾ, ਇਨਫਲੇਸ਼ਨ ਵੀ ਕੰਟਰੋਲ ਕਰਨੀ ਹੈ, ਇੰਡਸਟਰੀ ਵਾਸਤੇ ਰॉ ਮਟੀਰੀਅਲ ਸਸਤਾ ਹੋਣਾ ਚਾਹੀਦਾ। ਬਹੁਤ ਸਾਰਾ ਕਿਸਾਨ ਤੇ ਹੈ ਔਰ ਕਿਸਾਨ ਇਕਨੋਮਿਕ ਐਕਟੀਵਿਟੀ ਨਹੀਂ ਮੰਨਿਆ। ਹੋਰ ਕੌਣ ਰੋਲਾ ਪਾਵੇ? ਹੁਣ ਤਾਂ ਬਰਾਕ ਓਬਾਮਾ ਨੇ ਵੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ। ਬਰਾਕ ਓਬਾਮਾ ਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਰਲ ਕੇ ਨੈਟਫਲਿਕਸ ਦੇ ਨਾਲ ਰਲ ਕੇ ਉਹਨਾਂ ਨੇ ਫਿਲਮ ਬਣਾਈ ਹੈ ਅਮਰੀਕਨ ਫੈਕਟਰੀ, ਜਿਹੜੀ ਉੱਥੋਂ ਦੀ ਇੱਕ ਜਨਰਲ ਮੋਟਰ ਦੇ ਪਲਾਂਟ ਦੀ ਹਿਸਟਰੀ ਦੱਸਦੀ ਹੈ ਕਿ ਕਿਵੇਂ ਕੀ ਹੋ ਰਿਹਾ ਹੈ ਲੋਕਾਂ ਨਾਲ, ਕਾਰਪੋਰੇਟ ਕੀ ਕਰਦਾ ਹੈ, ਕਿਵੇਂ ਪਲਾਂਟ ਪਹਿਲਾਂ ਟੇਕ ਓਵਰ ਕੀਤਾ ਜਾਂਦਾ ਹੈ, ਕਿਵੇਂ ਉਹ ਬੈਂਕਰਪਟ ਹੋ ਜਾਂਦਾ ਹੈ, ਕਿਵੇਂ ਇੱਕ ਹੋਰ ਚਾਈਨੀਜ਼ ਕੰਪਨੀ ਆਉਂਦੀ ਹੈ ਉਹ ਲੋਕਾਂ ਦੀਆਂ ਵਰਕਿੰਗ ਕੰਡੀਸ਼ਨਸ ਕੀ ਕਰ ਦਿੰਦੀ ਹੈ, ਉੱਥੋਂ ਦੇ ਲੋਕਲ ਲੋਕਾਂ ਨੂੰ ਕਿਵੇਂ ਐਕਸਪਲੋਇਟ ਕਰਦੀ ਹੈ। ਹੋਰ ਕੌਣ ਰੋਲਾ ਪਾਵੇ? ਹੁਣ ਤਾਂ ਗਲੈਮਰਸ ਲੋਕ ਵੀ ਇਹ ਭਾਈ ਕਹਿਣ ਲੱਗ ਪਏ ਨੇ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਸਰ ਵਿੱਚ ਕਿ ਅਸੀਂ ਕਿਸੇ ਨੂੰ ਬਲੇਮ ਕਰਨ ਤੋਂ ਚੰਗਾ ਜਿਹੜੇ ਸਾਡੇ ਦਰਸ਼ਕ ਹੈਗੇ ਆ ਉਹ ਕਿਉਂ ਨਹੀਂ ਆਪਣਾ ਰੋਲ ਅਦਾ ਕਰਨ। ਹੁਣ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲ ਦੇਣਾ, ਮੈਨੂੰ ਬੜੀ ਉਹਦੇ ਨਾਲ ਸੈਟੀਸਫੈਕਸ਼ਨ ਮਿਲਦਾ ਹੈ ਕਿ ਦੇਖੋ ਨੱਚ ਬੱਲੀਏ ਇੱਕ ਬੜਾ ਪਪੂਲਰ ਪ੍ਰੋਗਰਾਮ ਹੈ ਜੀ। ਉਹਦੇ ਵਿੱਚ ਇੱਕ ਕੰਟੈਸਟੈਂਟ ਖੜੀ ਹੋ ਕੇ ਬੋਲਦੀ ਹੈ ਕਿ ਅਸੀਂ ਜੈ ਜਵਾਨ ਦੀ ਗੱਲ ਕਰਦੇ ਹਾਂ, ਜਵਾਨ ਦੀ ਗੱਲ ਕਰਦੇ ਹਾਂ, ਸਾਰੇ ਦੇਸ਼ ਨੂੰ ਸਲਾਮ ਕਰਨਾ ਚਾਹੀਦਾ ਜਵਾਨ ਵਾਸਤੇ, ਲੇਕਿਨ ਕਿਸਾਨ ਨੂੰ ਅਸੀਂ ਸਲਾਮ ਕਿਉਂ ਨਹੀਂ ਕਰਦੇ ਹੈਗੇ? ਕਿਉਂ ਸਾਡੀ ਜਿਹੜੀ ਕੌਨਸ਼ੀਅਸ ਭੁੱਲ ਜਾਂਦੇ ਨੇ ਕਿ ਜੈ ਜਵਾਨ ਦਾ ਮੁੰਡਾ ਹੀ ਕਿਸਾਨ ਹੈ, ਉਹਦਾ ਬਾਪੂ ਹੀ ਇੱਥੇ ਕਿਸਾਨ ਹੈ। ਮੈਂ ਕਹਿਣਾ ਇਸ ਕਰਕੇ ਦੱਸਿਆ ਕਿ ਅਗਰ ਨੱਚ ਬੱਲੀਏ ਪ੍ਰੋਗਰਾਮ 'ਚ ਵੀ ਇਹ ਗੱਲਾਂ ਆ ਰਹੀਆਂ ਹੈਗੀਆਂ, ਨਹੀਂ ਹਰ ਰੋਜ਼ ਤੁਹਾਡੇ ਡਾਂਸ ਵਾਲੇ ਪ੍ਰੋਗਰਾਮ 'ਚ ਵੀ ਇਹ ਗੱਲਾਂ ਹੋ ਰਹੀਆਂ ਹੈਗੀਆਂ, ਲੇਕਿਨ ਖਬਰਾਂ 'ਚ ਇਹ ਗੱਲਾਂ ਨਹੀਂ ਹੁੰਦੀਆਂ। ਖਬਰਾਂ 'ਚ ਕਿਉਂ ਨਹੀਂ ਹੁੰਦੀਆਂ? ਕਿਉਂਕਿ ਖਬਰਾਂ 'ਚ ਅਸੀਂ ਸੋਚ ਕੇ ਚੱਲਦੇ ਹਾਂ ਕਿ ਇਕਨੋਮਿਕ ਗਰੋਥ ਮਤਲਬ ਹੈ ਸਿਰਫ 1% ਜਿਹੜਾ ਤਬਕਾ ਹੈਗਾ ਜਾਂ 5-6% ਜਿਹੜਾ ਤਬਕਾ ਜਿਹੜਾ ਕਾਰਪੋਰੇਟ ਇੰਡਸਟਰੀ ਨਾਲ ਇਨਵੋਲਵ, ਉਹਦੇ ਇਲਾਵਾ ਦੇਸ਼ ਵਿੱਚ ਕੋਈ ਐਗਜ਼ਿਸਟ ਨਹੀਂ ਕਰਦਾ। ਜੇ ਅਸੀਂ ਤੁਸੀਂ ਕਿਸੇ ਹੱਦ ਤੱਕ ਸਾਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਤੇ ਰੋਜ਼ ਇਹ ਕੁਐਸਚਨ, ਔਰ ਮੀਡੀਆ ਨੂੰ ਔਰ ਹਰ ਇੱਕ ਕਿਸੇ ਨੂੰ ਇਹ ਸਵਾਲ ਪੁੱਛਣਾ ਸ਼ੁਰੂ ਕਰ ਦੇਣਾ ਚਾਹੀਦਾ ਆਪਣੇ ਪੋਲੀਟੀਸ਼ੀਅਨ ਨੂੰ, ਔਰ ਇਹਨੂੰ ਵੋਟਾਂ ਦਾ ਵੀ ਕੋਈ ਮਾਪਦੰਡ ਬਣਾਉਣਾ ਚਾਹੀਦਾ। ਤੇ ਜੇ ਵੈਸੇ ਬੰਦੇ ਫਿਰ ਇਸ ਤਰੀਕੇ ਦੀਆਂ ਬੰਦਾ ਗੱਲਾਂ ਕਰੇਗਾ ਤੇ ਫਿਰ ਦੇਸ਼ ਦੇ ਵਿੱਚ ਪ੍ਰਾਈਡ ਥੋੜਾ ਘੱਟ ਹੋ ਜਾਂਦਾ। ਮੈਨੂੰ ਲੱਗਦਾ ਜੇ ਜ਼ਿਆਦਾ ਤੰਗ ਕਰੇ ਕਿਸਾਨਾਂ ਦਾ ਮਸਲਾ ਤੇ ਉੱਪਰ ਚੰਦਰਮਾ ਵੱਲ ਦੇਖਣਾ ਚਾਹੀਦਾ ਤੇ ਇਹ ਸੋਚ ਲੈਣਾ ਚਾਹੀਦਾ ਹੈ ਕਿ ਭਾਈ ਸਾਡਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਤੇ ਕਰੇ, ਇਹ ਸਾਡਾ ਚੰਦਰਯਾਨ ਵੀ ਤੇ ਚੰਦਰਮਾ ਤੇ ਪਹੁੰਚ ਰਿਹਾ, ਮਤਲਬ ਇਹਦੀ ਵੀ ਕਿਤੇ ਕੋਈ ਗੱਲ ਹੁੰਦੀ ਹੈ। ਬਾਕੀ ਦੀ ਐਂਟਰਟੇਨਮੈਂਟ ਦੀ ਚਿਦੰਬਰਮ ਤੇ ਕਸ਼ਮੀਰ ਤੇ ਕੋਈ ਡਿਬੇਟ ਵੀ ਦੇਖੇ ਜਾ ਸਕਦੇ ਨੇ ਤੇ ਕਿਸਾਨਾਂ ਦੀ ਆਤਮ ਹੱਤਿਆਵਾਂ ਤੇ ਪਹਿਲਾਂ ਵੀ ਹੋ ਹੀ ਰਹੀਆਂ ਸੀ ਇਸ ਡਿਬੇਟ ਤੋਂ, ਇਸ ਤੋਂ ਬਾਅਦ ਵੀ ਹੁੰਦੀਆਂ ਹੀ ਰਹਿਣੀਆਂ ਨੇ। ਹੁਣ ਕਿੰਨਾ ਕੁ ਇਹ ਰੋਣਾ ਰੋਵਾਂਗੇ? ਕਦੀ ਕਦੀ ਇਸ ਸਾਰੀ ਕਾਮਾ ਰੋਲੀ ਤੋਂ ਬਦਲਾ ਲੈਣ ਲਈ ਫਿਰ ਵੀ ਕਿਸਾਨ ਦੀ ਗੱਲ ਕਰਦੇ ਰਹਾਂਗੇ। ਇਹਨੇ ਨਾਲ ਹੀ ਅੱਜ ਲਈ ਰੱਬ ਰੱਖਾ, ਫਿਰ ਮਿਲਾਂਗੇ।